ਜਿਹੜੀਆਂ ਅੰਤਰਿੰਗ ਬੋਰਡ ਦੀਆਂ ਚੋਣਾਂ ਹੋਈਆਂ ਜਨਰਲ ਚੋਣਾਂ ਤੋਂ ਬਾਅਦ ਜਿਹੜਾ 5 ਮਹੀਨੇ ਬਾਅਦ ਇਲੈਕਸ਼ਨ ਨਹੀਂ ਹੋ ਸਕੀ। ਉਸ ਤੋਂ ਬਾਅਦ ਜਿਹੜੀ ਸਾਡੀ ਕਮੇਟੀ ਬਣੀ ਉਸ ਤੋਂ ਬਾਅਦ ਪਹਿਲੀ ਵਾਰ ਅਸੀਂ ਅੱਜ ਪੰਜਾਬ ਵਿੱਚ ਆ ਕੇ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਮੇਰੇ ਨਾਲ ਸਰਦਾਰ ਜਗਦੀਪ ਸਿੰਘ ਜੀ ਕਾਲੋ ਸਾਡੇ ਜਨਰਲ ਸੈਕਟਰੀ ਸਾਹਿਬ, ਸਾਡੇ ਐਜੂਕੇਸ਼ਨ ਵਿੰਗ ਦੇ ਚੇਅਰਮੈਨ ਸਰਦਾਰ ਵਿਕਰਮ ਸਿੰਘ ਜੀ ਔਰ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਸਾਹਿਬ ਨਾਲ ਅਸੀਂ ਆਇਆ। ਅੱਜ ਜਿੱਥੇ ਸਾਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਉਸ ਤੋਂ ਬਾਅਦ ਅੱਜ ਅਸੀਂ ਪ੍ਰੈਸ ਦੇ ਸਾਹਮਣੇ ਇਸ ਕਰਕੇ ਹੋਏ ਹਾਂ ਕਿਉਂਕਿ ਬਹੁਤ ਵੱਡੀਆਂ ਜਿਹੜੀਆਂ ਸਾਜ਼ਿਸ਼ਾਂ, ਬਹੁਤ ਵੱਡੀਆਂ ਜਿਹੜੀਆਂ ਲੜਾਈਆਂ ਇੱਕ ਨਵੀਂ ਪੰਥ ਦੇ ਵਿੱਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਕਿ ਨਾ ਤੁਹਾਨੂੰ ਪਤਾ ਹੈ ਇੱਕ ਆਫਿਸ ਦੇ ਵਿਵਾਦ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉੱਥੇ ਬੇਅਦਬੀ ਕੀਤੀ ਜਾ ਰਹੀ ਹੈ, ਇੱਕ ਬਹੁਤ ਵੱਡਾ ਸੰਜੀਦਾ ਇਸ਼ੂ ਹੈ ਜਿਹੜੀ ਦਿੱਲੀ ਦੀ ਪ੍ਰੈਸ ਨੇ ਕਾਫੀ ਕਵਰ ਕੀਤਾ। ਦਿੱਲੀ ਦੇ ਲੋਕਾਂ ਨੇ ਉਹਦੇ ਉੱਤੇ ਬੜਾ ਸੰਗਿਆਨ ਲਿਆ ਕਿ ਲਗਾਤਾਰ ਇੱਕ ਆਫਿਸ ਨੂੰ ਕਬਜ਼ਾ ਕਰਨ ਵਾਸਤੇ ਉੱਥੇ ਅਖੰਡ ਪਾਠ ਸਾਹਿਬ ਸ਼ੁਰੂ ਕਰਤੇ ਜਾਂਦੇ ਆ। ਇੱਕ ਤੋਂ ਬਾਅਦ ਇੱਕ ਲੜੀ, ਦੂਸਰਾ, ਤੀਸਰਾ, ਮੇਰੇ ਖਿਆਲ ਅੱਜ 18 ਤਰੀਕ ਤੋਂ ਲੈ ਕੇ ਲਗਾਤਾਰ ਉੱਥੇ ਅਖੰਡ ਪਾਠ ਸਾਹਿਬ ਵਿੱਚ ਇਹਨਾਂ ਨੇ 2 ਪਾਠ ਵੀ ਸ਼ੁਰੂ ਕਰਾਏ ਔਰ ਉੱਥੇ ਕਿਹਾ ਜਾ ਰਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਇਹ ਪਾਠ ਰੱਖੇ ਨੇ। ਉਸ ਸਥਾਨ ਦੇ ਉੱਤੇ ਲਿਆਏ ਗਏ 15-20 ਨਿਹੰਗ ਸਿੰਘ ਜਥੇਬੰਦੀਆਂ ਦੇ ਬੰਦੇ ਬੈਠੇ ਆ, 10-15 ਸ਼੍ਰੋਮਣੀ ਕਮੇਟੀ ਦੇ ਮੈਂਬਰ ਬੈਠੇ ਆ, ਜਿੱਥੇ ਦਿੱਲੀ ਦੀ ਸੰਗਤ ਦਾ ਕੋਈ ਬੰਦਾ ਨਹੀਂ ਜਾਂਦਾ। ਰਕਾਬਗੰਜ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਿੱਥੇ ਇਹ ਆਫਿਸ ਸਥਿਤ ਹੈ, ਜਿਹੜਾ ਦਿੱਲੀ ਸੇ ਗੁਰਦੁਆਰਾ ਕਮੇਟੀ ਦੀ ਪ੍ਰਾਪਰਟੀ ਹੈ, ਉਹਦੇ ਉੱਤੇ ਕਬਜ਼ਾ ਕਰਕੇ ਗੁਰਦੁਆਰੇ ਨੂੰ ਨਾ ਕਰਕੇ ਗੁਰਦੁਆਰੇ ਤੋਂ ਇਲਾਵਾ ਆਪਣੇ ਦਫ਼ਤਰ ਦੇ ਵਿੱਚ ਅਖੰਡ ਪਾਠ ਰੱਖਣਾ, ਮੈਂ ਸਮਝਦਾ ਕਿ ਜਿੰਨੀ ਵੱਡੀ ਬੇਅਦਬੀਆਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੰਜਾਬ 'ਚ ਹੋਈਆਂ, ਇਹ ਉਸ ਤੋਂ ਹੀ ਵੱਡਾ ਨਿਰਾਦਰ ਜਿਹੜਾ ਉੱਥੇ ਕੀਤਾ ਜਾ ਰਿਹਾ। ਔਰ ਉਹਦੇ ਵਿੱਚ ਪੰਜਾਬ ਦੀ ਜਿਹੜੀ ਅਕਾਲੀ ਲੀਡਰਸ਼ਿਪ ਹੈ, ਮੈਂ ਕਹਿੰਦੇ ਹੋਏ ਮੈਨੂੰ ਗੁਰੇਜ਼ ਨਹੀਂ ਹੈ ਕਿ ਸਾਰੀ ਲੀਡਰਸ਼ਿਪ ਉੱਥੇ ਆ ਕੇ ਨਕਮਸਤਕ ਹੋ ਕੇ ਉਸ ਗੱਲ ਨੂੰ ਬੜਾਵਾ ਦੇ ਰਹੀ ਹੈ ਕਿ ਇਹ ਕਾਰਜ ਬੜੇ ਵਧੀਆ ਤਰੀਕੇ ਦੇ ਨਾਲ ਹੋ ਰਹੇ। ਔਰ ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਗਈ ਦਿੱਲੀ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਐਲਾਨ ਕਰਤਾ ਗਿਆ ਆ ਕੇ ਕਿ ਅਸੀਂ 5 ਕਰੋੜ ਰੁਪਏ ਦਾ ਬਜਟ ਸਿਰਫ ਦਿੱਲੀ ਵਾਸਤੇ ਦਿੱਤਾ ਜਾਏਗਾ। ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਪ੍ਰਧਾਨ ਸਾਹਿਬ ਧਾਮੀ ਸਾਹਿਬ, ਕਿਆ ਤੁਸੀਂ ਇਹ 5 ਕਰੋੜ ਰੁਪਇਆ ਦੇਣਾ ਕਿੱਥੇ ਪਾਸ ਕਰਾਇਆ ਕਿਸੇ ਐਗਜ਼ੈਕਟਿਵ ਦੇ ਵਿੱਚ ਕਿ ਤੁਸੀਂ 5 ਕਰੋੜ ਰੁਪਏ ਦੀ ਸਹਾਇਤਾ ਕਿਸ ਕਿਸਮ ਦੀ ਸਹਾਇਤਾ ਦਿਓਗੇ? ਜਿਹੜੇ ਤੁਸੀਂ ਉੱਥੋਂ ਬੱਸਾਂ ਸ਼ੁਰੂ ਕੀਤੀਆਂ ਨੇ ਹਰਮੰਦਰ ਸਾਹਿਬ, ਦਿੱਲੀ ਤੋਂ ਹਰਮੰਦਰ ਸਾਹਿਬ ਤੱਕ, ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਇਹਨਾਂ ਕੋਲ ਪੁੱਛਣ ਵਾਲਾ ਨਹੀਂ ਹੈ ਕਿ ਅੱਜ ਤੱਕ ਸ਼੍ਰੋਮਣੀ ਕਮੇਟੀ ਦੇ ਕਿੰਨੇ ਬੰਦੇ ਆਪਣੇ ਇੱਥੋਂ ਇਲਾਕਿਆਂ ਤੋਂ ਬੱਸਾਂ ਲੈ ਕੇ ਦਿੱਲੀ ਦੇ ਵਿੱਚ ਜਿੱਥੇ 12 ਇਤਿਹਾਸਿਕ ਗੁਰਦੁਆਰੇ, 9 ਇਤਿਹਾਸਿਕ ਗੁਰਦੁਆਰੇ ਔਰ 3 ਫੌਜੀ ਗੁਰਦੁਆਰੇ ਨੇ ਜਿੱਥੇ ਜਿਨ੍ਹਾਂ ਦੀਆਂ ਬੜੀਆਂ ਲੋਕਾਂ ਦੀਆਂ ਸੰਗਤਾਂ ਬੜੀਆਂ ਜ਼ਿਆਦਾ ਜੁੜੀਆਂ ਹੋਈਆਂ। ਸੋ ਇਹੋ ਜਿਹੇ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ੋਅ ਪ੍ਰਾਪਤ ਹੋਣ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੋਅ ਪ੍ਰਾਪਤ ਹੋਣ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤਾਂ ਹੋ ਰੱਖੀਆਂ ਹੋਣ, ਉਸ ਸਥਾਨਾਂ ਦੇ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਉਦਾਰ ਹੋਏ ਜਿੱਥੋਂ ਦੁਨੀਆ ਦਾਤਾ ਲੈ ਕੇ ਜਾਂਦੀ ਹੈ, ਉੱਥੇ ਤੁਸੀਂ ਆਪਣੀ ਪੰਜਾਬ ਦੀ ਸੰਗਤ ਨੂੰ ਦਰਸ਼ਨ ਨਹੀਂ ਕਰਾਉਣ ਵਾਸਤੇ ਕੋਈ ਇੱਥੋਂ ਉਪਰਾਲਾ ਕੀਤਾ, ਮਗਰ ਦਿੱਲੀ ਤੋਂ ਉਲਟੀ ਗੰਗਾ ਬਹਾਣੀ ਸ਼ੁਰੂ ਕਰਤੀ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਆਪਣੇ ਇਲਾਕੇ ਦੇ ਮੈਂਬਰਾਂ ਨੂੰ ਜਿੱਥੇ ਇਹ ਸੁਵਿਧਾ ਮੁਹੱਈਆ ਕਰਾਉਂਦੀ ਹੈ, ਉੱਥੇ ਆ ਕੇ ਇਹ ਗੱਲ ਕੀਤੀ ਗਈ ਕਿ ਅਸੀਂ ਇੱਥੇ ਫ੍ਰੀ ਇਲਾਜ ਕਰਾਵਾਂਗੇ, MRI ਕਰਾਵਾਂਗੇ, ਕਿਉਂਕਿ ਇਹ ਆਲਰੇਡੀ ਕੰਮ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਮਗਰ ਉਹਨੂੰ ਕਿਸ ਰਾਜਨੀਤੀ ਦੇ ਅਧੀਨ ਕੀਤਾ ਜਾ ਰਿਹਾ ਹੈ। ਉਹਨਾਂ ਕੋਲ ਪੁੱਛਣ ਵਾਲਾ ਹੋਏ ਕਿ ਕਿਹੜੇ ਹਸਪੀਟਲ ਦੇ ਨਾਲ ਤੁਸੀਂ ਟਾਈ ਅਪ ਕੀਤਾ, ਕਿੱਥੇ ਉੱਥੇ ਤੁਸੀਂ ਮਸ਼ੀਨ ਲਾਈ ਹੈ, ਤੁਸੀਂ ਜਿਹੜੀ 5 ਕਰੋੜ ਦਾ ਬਜਟ ਕਹਿ ਰਹੇ ਹੋ 10 ਕਰੋੜ ਰੁਪਏ ਦੀ ਤੋਂ ਇਕੱਲੀ ਮਸ਼ੀਨ ਆਉਂਦੀ ਹੈ ਜਿੱਥੇ ਜਿਹੜੀ ਦਿੱਲੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਜਿਹੜੀ ਚਲਾ ਰਹੀ ਹੈ ਔਰ ਬੰਗਲਾ ਸਾਹਿਬ ਦੇ ਵਿੱਚ ਜਿੱਥੇ 50 ਰੁਪਏ ਦੇ ਵਿੱਚ ਲੋੜਵੰਦਾਂ ਦਾ ਜਿੱਥੇ ਇਲਾਜ ਹੁੰਦਾ, ਅੱਜ ਤੁਸੀਂ ਉਸ ਨੂੰ ਕੰਪੀਟੀਸ਼ਨ ਕਰਨ ਲੱਗੇ ਹੋ। ਇਹ ਬੜੀ ਮੰਦਭਾਗੀ ਗੱਲ ਹੈ ਜਿਹਦੇ ਬਾਰੇ ਪੰਜਾਬ ਵਾਲਿਆਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਦੀ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਪੁੱਛਿਆ ਜਾਏ ਕਮੇਟੀ ਦੇ ਪ੍ਰਧਾਨ ਸਾਹਿਬ ਕੋਲੋਂ, ਐਗਜ਼ੈਕਟਿਵ ਬੋਰਡ ਕੋਲੋਂ ਕਿ ਕਿਆ ਇਹ ਇਖਤਿਆਰ ਤੁਹਾਨੂੰ ਕੋ ਹੈਗੇ ਨੇ ਕਿ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਲਦੇ ਹੋਏ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਇੰਟਰਫੇਰੈਂਸ ਸ਼ੁਰੂ ਕਰੋ। ਤੁਸੀਂ ਉੱਥੇ ਕਿਹਾ ਕਿ ਅਸੀਂ ਇੱਥੋਂ ਰਾਗੀ ਸਾਹਿਬਾਨ ਇੱਥੋਂ ਫ੍ਰੀ ਭੇਜਾਂਗੇ। ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦਾ ਕੋਈ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸ ਵਕਤ ਸਰਾਵਾਂ 'ਚ ਆ ਕੇ ਨਾਮ ਲੈਂਦਾ ਕਿ ਅਸੀਂ ਦਿੱਲੀ ਤੋਂ ਆਏ ਹਾਂ, ਉਹਦੇ ਦਰਵਾਜ਼ੇ ਬੰਦ ਕਰਤੇ ਜਾਂਦੇ ਨੇ ਔਰ ਉੱਥੇ ਹਾਊਸਫੁੱਲ ਦਾ ਬੋਰਡ ਲਗਾਤਾ ਜਾਂਦਾ ਕਿ ਸਾਡੇ ਕੋਲੋਂ ਇੱਥੇ ਰੂਮਸ ਨਹੀਂ ਹੈਗੇ, ਰੂਮ ਫੁੱਲ ਹੋ ਚੁੱਕੇ ਨੇ। ਇਹੋ ਜਿਹਾ ਵਿਤਕਰਾ ਤੁਸੀਂ ਸੰਗਤ ਨਾਲ ਇੱਥੇ ਕਰਦੇ ਪਏ ਹੋ ਔਰ ਉੱਥੇ ਆ ਕੇ ਦਿੱਲੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਜੀ ਅਸੀਂ ਤੁਹਾਨੂੰ ਫ੍ਰੀ ਯਾਤਰਾਵਾਂ ਕਰਾਵਾਂਗੇ। ਇਹਦੇ ਪਿੱਛੇ ਕਿਆ ਸਾਜ਼ਿਸ਼ ਹੈ, ਕਿਆ ਇਹਨਾਂ ਨੂੰ ਆਦੇਸ਼ ਕਿੱਥੋਂ ਹੋ ਰਹੇ ਨੇ, ਇਹ ਬੜੀ ਜਾਣਨ ਦੀ ਲੋੜ ਹੈ। ਪ੍ਰਧਾਨ ਜੀ ਤੁਸੀਂ ਵੀ ਅਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਆਏ ਸੀ।
ਮੈਂ ਅਕਾਲੀ ਦਲ ਨੂੰ ਤੇ ਕੋਈ ਦੋਸ਼ ਦੇ ਨਹੀਂ ਰਿਹਾ ਇਹਦੇ 'ਚ। ਮੈਂ ਇਹਦੇ 'ਚ ਅਕਾਲੀ ਦੇਖੋ ਅਕਾਲੀ ਦਲ ਦੀ ਅਸੀਂ ਅਕਾਲੀ ਦਲ ਅੱਜ ਵੀ ਅਕਾਲੀ ਦਲ 'ਚ ਹਾਂ। ਅਸੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਬਣਾਈ ਹੈ ਦਿੱਲੀ ਦੀ ਸੰਗਤ ਦੀ ਡਿਮਾਂਡ ਦੇ ਉੱਤੇ ਕਿ ਤਾਂ ਕਿ ਇਹੋ ਜਿਹੇ ਹੁਕਮਨਾਮੇ ਜਿਹੜੇ ਉੱਥੇ ਚੱਲਦੇ ਨੇ ਅਸੀਂ ਸਾਰੇ 30 ਦੇ 30 ਬੰਦੇ ਅਸੀਂ 29 ਬੰਦੇ ਇੱਕ ਸੀਟ ਇੱਕ ਟਿਕਟ ਤੋਂ ਜਿੱਤ ਕੇ ਆਉਂਦੇ ਆ ਔਰ ਸਾਨੂੰ ਇਹ ਕਿਹਾ ਜਾਏ ਕਿ ਇਲੈਕਸ਼ਨਾਂ ਦੇ ਟਾਈਮ ਕਿ ਤੁਸੀਂ ਹੁਣ ਅੱਡ ਹੋ ਕੇ ਸਰਨਾ ਸਾਹਿਬ ਦੀ ਪਾਰਟੀ ਜੁਆਇਨ ਕਰਕੇ ਉਹਨਾਂ ਨੂੰ ਪ੍ਰਧਾਨ ਬਣਾਓ ਤੇ ਕਿਹੜਾ ਬੰਦਾ ਐਕਸੈਪਟ ਕਰੇਗਾ। ਕੱਲ ਤੱਕ ਜਿਹੜਾ ਸਰਨਾ ਬਾਦਲ ਕਿਆਂ ਨੂੰ ਗਾਲਾਂ ਕੱਢਦਾ ਸੀ ਨਾਮ ਇਹ ਮੈਂ ਸਤਿਕਾਰਯੋਗ ਨੇ ਮੈਂ ਨਾਮ ਨਹੀਂ ਇਸ ਤਰ੍ਹਾਂ ਲੈ ਰਿਹਾ ਮਗਰ ਇਹ ਗਾਲਾਂ ਕੱਢਦਾ ਸੀ ਇਸ ਤਰੀਕੇ ਨਾਲ। ਅੱਜ ਪਰਮਜੀਤ ਸਿੰਘ ਸਰਨਾ ਔਰ ਹਰਵਿੰਦਰ ਸਿੰਘ ਸਰਨਾ ਅਕਾਲੀ ਦਲ ਦੇ ਗੁਣਗਾਨ ਲੱਗ ਪਏ। ਮਨਜੀਤ ਸਿੰਘ ਜੀਕੇ ਨੂੰ ਜਿੱਥੋਂ ਪਾਰਟੀ ਨੇ ਕੱਢਿਆ ਸੀ ਚੋਰੀ ਦੇ ਇਲਜ਼ਾਮ ਦੇ ਉੱਤੇ ਅੱਜ ਮਨਜੀਤ ਸਿੰਘ ਜੀਕੇ ਉਸੇ ਦਫ਼ਤਰ ਦੇ ਵਿੱਚ ਜਾ ਕੇ ਸਰਦਾਰ ਅਵਤਾਰ ਸਿੰਘ ਹਿੱਤ ਦੇ ਨਾਲ ਬੈਠਾ ਔਰ ਨਾਲ ਬੈਠੇ ਹੋਏ ਤੁਸੀਂ ਪ੍ਰੈਸ ਮੀਡੀਆ 'ਚ ਦੇਖਿਆ ਹੋਣਾ ਨਾਲ ਹੀ ਉਹ ਗਾਲਾਂ ਕੱਢ ਰਿਹਾ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਅਕਾਲੀ ਦਲ ਦਾ ਬੇੜਾ ਗਰਕ ਹੋਣ ਵਾਸਤੇ। ਜਿਹੜਾ ਅਕਾਲੀ ਦਲ ਦਾ ਨੁਕਸਾਨ ਹੈ ਜਿਹੜੀ ਗਿਰਾਵਟ ਆਈ ਹੈ ਉਹਦੇ ਵਿੱਚੋਂ ਬਾਦਲਾਂ ਨੂੰ ਬਾਰੇ ਗਲਤ ਬੋਲ ਰਿਹਾ ਔਰ ਅਵਤਾਰ ਸਿੰਘ ਹਿੱਤ ਨਾਲ ਬੈਠੇ ਸੁਣ ਰਿਹਾ। ਇਹ ਸਾਰੇ ਤੁਸੀਂ ਦੇਖਿਆ ਹੋਣਾ ਮੀਡੀਆ ਦੇ ਵਿੱਚ। ਉਹ ਕਹਿੰਦੇ ਨੇ ਕਿ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜਾ ਹੈਗਾ ਉਹ ਨਾਲ ਮਿਲ ਕੇ ਖੇਡ ਰਹੇ ਨੇ। ਸਰਸਾ ਜੀ ਉਹਨਾਂ ਦੇ ਵਿੱਚ ਮੀਡੀਏਟਰ ਦਾ ਰੋਲ ਅਦਾ ਕਰ ਰਹੇ ਨੇ। ਸਰਸਾ ਜੀ ਅਕਸਰ ਦਿੱਲੀ ਕਮੇਟੀ ਦੇ ਦਫ਼ਤਰਾਂ ਚਾਹੁੰਦੇ ਨੇ। ਨਹੀਂ ਦੇਖੋ ਸਰਸਾ ਜੀ ਅਕਸਰ ਆਦੇਸ਼ ਦਿੰਦੇ ਨੇ ਕਿ ਦਿੱਲੀ ਕਮੇਟੀ ਇਸ ਤਰ੍ਹਾਂ ਕਰੇ। ਮੈਂ ਤੁਹਾਡੀ ਬਿਲਕੁਲ ਕਲੈਰਿਟੀ ਅੱਜ ਇਹ ਕੁਐਸਚਨ ਬਿਲਕੁਲ ਵਾਜਿਬ ਸੀ ਤੁਹਾਡਾ। ਅਸੀਂ ਉਮੀਦ ਕਰਦੇ ਸੀ ਕਿ ਜ਼ਰੂਰ ਕੋਈ ਨਾ ਕੋਈ ਪੱਤਰਕਾਰ ਪੁੱਛੇਗਾ। ਮੈਂ ਧੰਨਵਾਦ ਕਰਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੈਂਬਰ ਨੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਤੋਂ ਸਾਰਿਆਂ ਨੇ ਇੱਕ ਸਾਨੂੰ ਐਫੀਡੇਵਿਟ ਤੱਕ ਦਿੱਤਾ ਹੋਇਆ ਕਿ ਅਸੀਂ ਇਹਦੇ ਮੈਂਬਰ ਹੈਗੇ ਆ। ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਦਿੱਲੀ ਦੇ ਵਿੱਚ ਸਰਕਾਰ ਕੇਂਦਰ ਦੀ ਬੈਠੀ ਹੈ ਔਰ ਸਾਨੂੰ ਸਰਕਾਰਾਂ ਕੋ ਕੰਮ ਕਰਾਣੇ ਆ। 400 ਸਾਲਾ ਸਰਕਾਰ ਨੇ ਹੁਣੇ ਬਣਾਉਣ ਦੀ ਗੱਲ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਨੇ ਸਾਡਾ ਸਹਿਯੋਗ ਮੰਗਿਆ ਅਸੀਂ ਦਿੱਤਾ। ਆਉਣ ਵਾਲੀ 8 ਤਰੀਕ ਨੂੰ ਜਿਹੜਾ ਇਤਵਾਰ ਅਗਲਾ ਆਣਾ ਹੈ 8 ਤਰੀਕ ਨੂੰ ਭਾਈ ਮਤੀ ਦਾਸ ਚੌਂਕ ਦਾ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਿਹੜੇ ਸ਼ਹੀਦ ਹੋਏ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਨਾਮ ਦੇ ਉੱਤੇ ਉਹ ਚੌਂਕ ਹੈਗਾ ਜਿਹਨੂੰ ਪਹਿਲੇ ਪੁਰਾਣਾ ਫੁਆਰੇ ਵਾਲਾ ਚੌਂਕ ਵੀ ਕਹਿੰਦੇ ਸੀ। ਉਸ ਚੌਂਕ ਦੀ ਡਿਵੈਲਪਮੈਂਟ ਕਰਨ ਵਾਸਤੇ ਅਸੀਂ ਦਿੱਲੀ ਦੀ ਸਰਕਾਰ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਉਹਦੇ ਨਾਲ ਰਾਬਤਾ ਰੱਖਿਆ ਔਰ ਉਹਨਾਂ ਦਾ ਡਿਪਟੀ ਸੀਐਮ ਹੈ ਜਿਹੜਾ ਮਨੀਸ਼ ਸਿਸੋਦੀਆ ਉਹ ਉਸ ਦਿਨ ਓਪਨਿੰਗ ਤੇ ਨਾਲ ਆ ਰਿਹਾ। ਕਿਆ ਸਾਡੀ ਉਹਨਾਂ ਨਾਲ ਵੀ ਤਾਲਮੇਲ ਹੈ ਬਈ ਸਰਕਾਰਾਂ ਦੇ ਨਾਲ ਅਸੀਂ ਕਮੇਟੀਆਂ ਅਸੀਂ ਇੱਥੇ ਪਾਰਟੀ ਨਹੀਂ ਹੈ ਜਿੱਦਾਂ ਅਕਾਲੀ ਦਲ ਇੱਕ ਨੈਸ਼ਨਲ ਪਾਰਟੀ ਹੈ ਰੀਜਨਲ ਪਾਰਟੀ ਹੈ ਉਹ ਲੜਾਈਆਂ ਲੜ ਸਕਦੀ ਹੈ ਮਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਦੀ ਸਰਕਾਰ ਦੇ ਨਾਲ ਰਾਜ ਦੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਹੈ। ਅਸੀਂ ਆਪਣੇ ਸਿੱਖਾਂ ਦੀ ਅਗਰ ਕੋਈ ਮੰਗਾਂ ਪੂਰੀਆਂ ਕਰਾਉਣੀ ਹੈ ਆਪਣੀ ਕੌਮ ਦੀ ਕੋਈ ਗੱਲ ਕਰਨੀ ਹੈ ਤੇ ਸਾਨੂੰ ਸਰਕਾਰਾਂ ਦੇ ਨਾਲ ਗੱਲਬਾਤ ਕਰਨੀ ਪਏਗੀ। ਜਿੱਥੇ ਤੱਕ ਇੱਕ ਮਿੰਟ ਜਿੱਥੇ ਤੱਕ ਤੁਸੀਂ ਸਰਦਾਰ ਮਨਜਿੰਦਰ ਸਿੰਘ ਸਿਰਸੇ ਦਾ ਨਾਮ ਲਿਆ ਉਹ ਬਿਲਕੁਲ ਖੁੱਲ੍ਹ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ ਔਰ ਸਾਡੇ ਨਾਲ ਪੁਰਾਣੇ ਉਹਨਾਂ ਦੇ ਸੰਬੰਧ ਨੇ। ਉਹ ਸਾਡੇ ਪ੍ਰਧਾਨ ਵੀ ਰਹੇ ਨੇ ਦਿੱਲੀ ਕਮੇਟੀ ਦੇ ਔਰ ਅਗਰ ਅੱਜ ਵੀ ਸਾਡੇ ਨਾਲ ਆ ਕੇ ਕੋਈ ਗੱਲ ਕਰਦੇ ਨੇ ਰਾਬਤਾ ਰੱਖਦੇ ਨੇ ਇਟ ਡਜ਼ਨਟ ਮੀਨ ਕਿ ਬੀਜੇਪੀ ਸਾਨੂੰ ਡੋਮੀਨੇਟ ਕਰ ਰਹੀ ਹੈ। ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਕੰਮ ਦੇ ਵਿੱਚ ਉਹਨਾਂ ਦੀ ਕੋਈ ਇੰਟਰਫੇਰੈਂਸ ਨਹੀਂ ਹੈ। ਇਹ ਮੈਂ ਸਾਫ਼ ਗੱਲ ਦੱਸਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਬਣਾਈ ਗਈ ਉਹ ਸਰਕਾਰ ਬਣਾ ਰਹੀ ਸੀ ਔਰ ਉਹ ਬੀਜੇਪੀ ਦੇ ਨੁਮਾਇੰਦੇ ਨੇ ਇਸ ਕਰਕੇ ਸਰਕਾਰ ਨੇ ਉਹਨਾਂ ਦੀ ਡਿਊਟੀ ਲਾਈ ਹੈ। ਇਹ ਗੱਲ ਦਾ ਫਰਕ ਹੈ। ਹੁਣ ਸ਼ਤਾਬਦੀ ਮਨਾਉਣ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਜਾਂਦਾ ਨੇ ਕਿ 16 ਤਰੀਕ ਤੱਕ ਟੈਂਡਰ ਜਿਹੜੇ ਹੈਗੇ ਨੇ ਫਿਰ ਮੈਂ ਉਹਦਾ ਵੀ ਦੱਸਦਾ ਮੈਂ ਉਹ ਵੀ ਦੱਸਦਾ 16 ਤਰੀਕ ਔਰ 17 ਤਰੀਕ ਦਾ ਅਸੀਂ ਫਤਿਹ ਦਿਵਸ ਮਨਾਉਣ ਦੀ ਗੱਲ ਕਰਦੇ ਜਿਹੜਾ ਹਰ ਸਾਲ ਅਸੀਂ ਮਨਾਉਂਦੇ ਆ। ਅਸੀਂ ਇਹ ਅਪਲਾਈ ਕੀਤਾ ਲਾਲ ਕਿਲੇ ਦੀ ਜਿਹੜੀ ਜਗ੍ਹਾ ਸਰਕਾਰ ਨੇ ਅਲਾਟ ਕਰਨੀ ਹੁੰਦੀ ਹੈ AICT ਦੇ ਅੰਡਰ ਹੁੰਦੀ ਹੈ। ਸਾਨੂੰ ਚਿੱਠੀ ਆਉਂਦੀ ਹੈ ਕਲਚਰਲ ਉਸ ਤੋਂ ਮਿਨਿਸਟਰੀ ਤੋਂ ਕਿ ਸਰਕਾਰ ਨੇ ਫੈਸਲਾ ਕਰ ਲਿਆ ਕਿ 20 ਔਰ 21 ਤਰੀਕ ਦਾ ਇਹ ਪ੍ਰੋਗਰਾਮ ਕੀਤਾ ਜਾਏ। ਜਿਹੜੀ ਉਹਦੀ 16 ਔਰ 17 ਦੀ ਤਿਆਰੀ ਹੈ ਅਸੀਂ ਉਸ ਤੋਂ ਕਰਨੀ ਸ਼ੁਰੂ ਕਰਤੀ ਪਹਿਲੇ ਔਰ ਜਦ ਸਰਕਾਰ ਨੇ ਇਹ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਰੀਆਂ ਕੈਂਸਲਾਂ ਕਰਤੀਆਂ ਪਰਮਿਸ਼ਨਾਂ ਉਸ ਗਰਾਊਂਡ ਦੀਆਂ ਉੱਤੇ ਜਿੱਥੇ ਜੈਨੀਆਂ ਦਾ ਵੀ ਕੋਈ ਪ੍ਰੋਗਰਾਮ ਹੈਗਾ ਸੀ ਜੈਨ ਮੰਦਿਰ ਸਾਹਮਣੇ ਹੈਗਾ ਉਹਨਾਂ ਦਾ ਵੀ। ਇਸ ਕਰਕੇ ਉੱਥੇ ਆਲਰੇਡੀ ਸਾਡੇ ਪ੍ਰੋਗਰਾਮ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸੀ। ਅਸੀਂ ਸਰਕਾਰ ਨੇ ਜਿਸ ਵਕਤ ਸਾਨੂੰ ਕਿਹਾ ਕਿ ਇਹ ਪ੍ਰੋਗਰਾਮ ਕਰਾਉਣਾ ਹੈ ਤੇ ਅਸੀਂ ਕਿਹਾ ਉਹਨਾਂ ਨੂੰ ਕਿ ਜੀ ਤੁਸੀਂ ਕਰਾਉਣਾ ਤੇ ਇਹੀ ਬੰਦੇ ਸਾਡੇ ਵੈਂਡਰ ਜਿਹੜੇ ਕੰਮ ਕਰ ਰਹੇ ਨੇ ਤੁਸੀਂ ਇਹਨਾਂ ਕੋਲ ਕਰਾ ਲਓ। ਉਹਨਾਂ ਨੇ ਕਿਹਾ ਜੀ ਸਾਡਾ ਪ੍ਰੋਪਰ ਪ੍ਰੋਸੈਸ ਹੁੰਦਾ ਅਸੀਂ ਪ੍ਰੋਸੈਸ ਦੇ ਅਧੀਨ ਤੁਸੀਂ ਇਹਦੇ ਉੱਤੇ ਟੈਂਡਰ ਕਾਲ ਕਰੋ। ਅਸੀਂ ਕਿਹਾ ਜੀ ਕਰ ਦਿੰਦੇ ਆ। ਜੇ ਟੈਂਡਰ 'ਚ ਕੋਈ ਹੋਰ ਲੋਐਸਟ ਆਉਂਦਾ ਸੀ ਉਹਨੂੰ ਬਾਹਰ ਕਰ ਦਿੰਦੇ। ਉਹਨਾਂ ਨਾਲ ਸੈਟਿੰਗ ਆਪਸ ਵਿੱਚ ਕੀ ਗੱਲ ਹੋਈ ਉਹਨਾਂ ਨੇ ਗੱਲ ਕਰਕੇ ਆਰਡਰ ਕਰਤਾ। ਇਹਦੇ ਵਿੱਚ ਦਿੱਲੀ ਕਮੇਟੀ ਦਾ ਕੋਈ ਰੋਲ ਨਹੀਂ ਹੈ। ਦਿੱਲੀ ਕਮੇਟੀ ਨੇ ਸਰਕਾਰ ਦੀ ਇੱਕ ਬਾਂਹ ਬਣ ਕੇ ਉਹਨਾਂ ਵਾਸਤੇ ਕੰਮ ਕਰਾਇਆ ਔਰ ਇਸ ਕਰਕੇ ਬਾਂਹ ਬਣੀ ਹੈ ਕਿਉਂਕਿ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਸਤਤ ਹੋ ਰਹੀ ਸੀ। ਉਹਨਾਂ ਦੀ 400 ਸਾਲਾ ਸ਼ਤਾਬਦੀ ਮਨਾਈ ਗਈ ਕਿਸੇ ਹੋਰ ਦੀ ਨਹੀਂ। ਇਸ ਕਰਕੇ ਅਸੀਂ ਸਰਕਾਰ ਦਾ ਸਾਥ ਦਿੱਤਾ। ਪ੍ਰਧਾਨ ਜੀ ਤੁਸੀਂ ਜ਼ਿਕਰ ਕੀਤਾ ਹੈ ਪ੍ਰੋਗਰਾਮ ਦਾ ਲਾਲ ਕਿਲੇ ਤੇ ਜਿਹੜਾ ਹੋਇਆ 2 ਦਿਨ ਦਾ ਸਮਾਗਮ PM ਸਾਹਿਬ ਤੇ HM ਸਾਹਿਬ ਆਏ ਹੈ ਔਰ ਦੁਨੀਆ ਭਰ ਦੇ ਵਿੱਚ ਉਸ ਪ੍ਰੋਗਰਾਮ ਦੀ ਪ੍ਰਸ਼ੰਸਾ ਹੋਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਦੇ ਵਿੱਚ ਨਹੀਂ ਆਏ, ਉਹ ਕਲੈਰਿਟੀ ਕਰਿਓ ਕਿ ਇਨਵਾਈਟ ਤੁਹਾਡੇ ਵੱਲੋਂ ਜਾਣਾ ਸੀ ਜਾਂ ਮਿਨਿਸਟਰੀ ਆਫ ਹੋਮ ਵੱਲੋਂ ਜਾਣਾ ਸੀ? ਦੇਖੋ, ਇਹ ਪ੍ਰੋਗਰਾਮ ਸਰਕਾਰ ਦਾ ਸੀ, ਇਹ ਸਰਕਾਰ ਨੇ ਇਹਨਾਂ ਨੂੰ ਇਨਵਾਈਟ ਭੇਜੇ ਹੈ, ਈਮੇਲ ਗਈਆਂ, ਪ੍ਰਧਾਨ ਸਾਹਿਬ ਨੂੰ ਵੀ ਗਈਆਂ ਔਰ ਜਥੇਦਾਰ ਸਾਹਿਬ ਨੂੰ ਵੀ ਗਈਆਂ। ਕੱਲ੍ਹ ਹੀ ਇਹਨਾਂ ਨੇ ਨਹੀਂ ਭੇਜੀਆਂ, ਸਾਰੇ ਜਥੇਦਾਰ ਜਿਹੜੇ ਸਿੰਘ ਸਾਹਿਬ ਨੇ, ਚਾਹੇ ਪਟਨਾ ਸਾਹਿਬ ਦੇ ਹੋਣ, ਚਾਹੇ ਆਪਣਾ ਕੇਸਗੜ੍ਹ ਸਾਹਿਬ ਦੇ ਹੋਣ, ਸਾਰਿਆਂ ਨੂੰ ਉੱਥੇ ਗਈ ਹੈ ਔਰ ਸਾਰਿਆਂ ਨੇ ਆਪਣੀ ਆਪਣੀ ਜਵਾਬਦਾਰੀ ਦਿੱਤੀ ਹੈ। ਔਰ ਇਹਦੇ ਨਾਲ ਕਿਉਂਕਿ ਸਾਡੇ ਸਹਿਯੋਗ ਦੇ ਨਾਲ ਹੋ ਰਿਹਾ ਸੀ, ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸੀ ਕਿ ਕਿਉਂਕਿ ਜਿੱਥੇ ਸਿੰਘ ਸਾਹਿਬ ਅਕਾਲ ਤਖਤ ਤੱਕ ਨਹੀਂ ਪਹੁੰਚਣਗੇ ਤੇ ਸਾਡੇ ਵਾਸਤੇ ਦੀ ਨਮੋਸ਼ੀ ਦੀ ਗੱਲ ਹੈ, ਸੋ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋ। ਖਾਲੀ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ, ਇੱਕ ਰਾਤ ਪਹਿਲੇ ਤੱਕ ਮੇਰੀ ਧਾਮੀ ਸਾਹਿਬ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਅਸੀਂ ਪ੍ਰੋਗਰਾਮ ਰੱਖ ਚੁੱਕੇ ਹਾਂ ਇੱਥੇ 21 ਤਰੀਕ ਦਾ ਇੱਥੇ ਅੰਮ੍ਰਿਤਸਰ ਸਾਹਿਬ, ਔਰ ਮੈਂ ਕੋਈ ਨਾ ਕੋਈ ਨੁਮਾਇੰਦਾ ਆਪਣਾ ਜ਼ਰੂਰ ਭੇਜਾਂਗਾ। ਫਿਰ ਜਨਰਲ ਸੈਕਟਰੀ ਸਰਦਾਰ ਕਰਨੈਲ ਸਿੰਘ ਪੰਜੋਲੀ ਹੋਣਾ ਨਾਲ ਮੇਰੀ ਦਿਨ 'ਚ 2 ਵਾਰ ਗੱਲ ਹੋਈ ਹੈ। ਉਸ ਪਾਸੋਂ ਸਰਕਾਰ ਦੀ ਤਰਫੋਂ ਜੋ ਜਿਸ ਹਿਸਾਬ ਨਾਲ ਭਾਈ ਸਾਹਿਬ ਗੱਲ ਕਰ ਰਹੇ, ਸਿਰਸਾ ਜੀ ਨੇ ਵੀ ਉਹਨਾਂ ਨਾਲ ਗੱਲ ਕੀਤੀ ਹੈ, ਕਿਉਂਕਿ ਅਸੀਂ ਟਾਈ ਅਪ ਕਰਕੇ ਚੱਲ ਰਹੇ ਸੀ ਕਿ ਕੋਈ ਐਸਾ ਬੰਦਾ ਨਾ ਰਹਿ ਜਾਏ ਜਿਹੜੇ ਕੌਮ ਦੇ ਵਿੱਚ ਕੌਮ ਦੀ ਆਵਾਜ਼ ਵੀ ਉੱਥੇ ਆ ਕੇ ਉਠਾ ਸਕੇ। ਔਰ ਸਾਨੂੰ ਬੜੀ ਖੁਸ਼ੀ ਸੀ ਕਿ ਇੱਕ ਐਸਾ ਮੌਕਾ ਮਿਲਿਆ ਕਿ ਅਸੀਂ ਅੱਜ ਪ੍ਰਧਾਨ ਮੰਤਰੀ ਦੇ ਸਾਹਮਣੇ ਦੇਸ਼ ਦੀ ਆਪਣੀ ਕੌਮ ਦੇ ਅੱਗੇ ਕੌਮ ਦੇ ਮਸਲੇ ਰੱਖ ਸਕਾਂਗੇ। ਮਗਰ ਉੱਥੇ ਜਿੰਨੀ ਕੁ ਅਸੀਂ ਦਿੱਲੀ ਕਮੇਟੀ ਵੱਲੋਂ ਕਰ ਸਕਦੇ ਸੀ ਅਸੀਂ ਕੀਤਾ। ਅਗਰ ਇਹ ਸਾਰੇ ਆਂਦੇ ਤੇ ਬਹੁਤ ਵਧੀਆ ਔਰ ਅੱਛਾ ਮੈਸੇਜ ਹੋਰ ਜਾਂਦਾ। ਸਰਕਾਰ ਨੇ ਕੀਤਾ ਜੀ, ਸਰਕਾਰ ਨੇ ਸਾਰੇ ਪੈਸੇ ਸਾਡੇ ਕੋਲੋਂ ਪਤਾ ਕਰਕੇ ਜਿੰਨੇ ਪੈਸੇ ਸੀ ਸਾਨੂੰ ਭੇਜਿਆ। 3 ਕਰੋੜ 66 ਲੱਖ ਰੁਪਏ ਦਾ ਖਰਚਾ ਸੀ। ਨਹੀਂ, ਪ੍ਰਬੰਧਕ ਅਸੀਂ ਨਹੀਂ ਹੋਏ ਜੀ, ਪ੍ਰਬੰਧਕ ਅਸੀਂ ਉਹਨਾਂ ਦੇ ਅਸੀਂ ਨੋਡਲ ਏਜੰਸੀ ਹੈਗੇ ਉਹਨਾਂ ਦੀ। ਨਹੀਂ, ਇੱਕ ਗੱਲ ਸੁਣੋ, ਜੇ ਮਰਿਆਦਾ ਦਾ ਮਸਲਾ ਨਾ ਹੁੰਦਾ ਸਾਡਾ ਕੋਈ ਮਤਲਬ ਨਹੀਂ ਸੀ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਟੇਜ ਤਿਆਰ ਹੋਣੀ ਹੈ, ਉਹ ਕਿਸ ਮਰਿਆਦਾ ਦੇ ਨਾਲ ਤਿਆਰ ਹੋਣੀ ਹੈ, ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਲਿਖਿਆ ਜਾਣਾ ਹੈ, ਇਹਦੀ ਦੇਖ ਰੇਖ ਸਾਡੀ ਕਰਨੀ ਸੀ ਨਾ। ਇਹ ਜੋ ਰਹਿਰਾਸ ਦੇ ਪਾਠ ਤੋਂ ਬਾਅਦ ਆਰਤੀ ਦਾ ਕੀਰਤਨ ਹੀ ਨਹੀਂ ਕੀਤਾ ਗਿਆ। ਦੇਖੋ, ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮੇਰੇ ਹਿਸਾਬ ਦੇ ਨਾਲ ਇਹੋ ਜਿਹੀ ਮਰਿਆਦਾ ਕੋਈ ਹੈ ਨਹੀਂ, ਇਹੋ ਜਿਹੀ ਕੋਈ ਮਰਿਆਦਾ ਨਹੀਂ ਹੈ ਕਿ ਇਹ ਗੁਰੂ ਘਰ ਦੇ ਵਿੱਚ ਮਰਿਆਦਾ ਹੈ। ਵੀਰ ਜੀ, ਇਹ ਆਪਾਂ ਇਹਦੇ ਉੱਤੇ ਕਲੈਰੀਫਾਈ ਕਰ ਲਈਏ, ਇਹ ਗੁਰੂ ਘਰ ਦੇ ਵਿੱਚ ਮਰਿਆਦਾ ਹੈ। ਕਿਸੇ ਮੈਦਾਨ ਦੇ ਵਿੱਚ ਰਹਿਰਾਸ ਸਾਹਿਬ ਤੋਂ ਬਾਅਦ ਆਰਤੀ ਸਾਹਿਬ ਹੋਏ ਜਾਂ ਨਾ ਹੋਏ, ਇਹ ਕੋਈ ਮਰਿਆਦਾ ਨਹੀਂ। ਅਗਰ ਮਰਿਆਦਾ ਹੈ ਤੇ ਬਿਲਕੁਲ ਅਸੀਂ ਉਹਨਾਂ ਭਾਈ ਸਾਹਿਬ ਦੇ ਉੱਤੇ ਗੱਲ ਕਰਾਂਗੇ ਔਰ ਆਪਣੇ ਹੈੱਡ ਗ੍ਰੰਥੀ ਸਾਹਿਬ ਤੇ ਵੀ ਕਾਰਵਾਈ ਕਰਾਂਗੇ। ਸਰਕਾਰ ਸਰ ਤੁਸੀਂ ਗੱਲ ਕੀਤੀ ਸੀ ਦਫ਼ਤਰਾਂ ਦੀ, ਦਫ਼ਤਰ ਜਿਹੜਾ ਪਹਿਲਾਂ ਐਸਸੀਪੀਸੀ ਦੇ ਵਿੱਚ ਜਿਹੜੇ ਸੀ ਸਾਰੇ ਖਾਲੀ ਦੇ ਸਮਾਨ ਦਾ ਹੁੰਦਾ ਸੀ, ਸਾਰੇ ਸਾਰੇ ਚ ਕਰਦੇ ਤੁਹਾਡੇ ਤੁਸੀਂ ਇੱਕ ਦਫ਼ਤਰ ਦੀ ਗੱਲ ਕਰਦੇ ਤੇ ਖੰਡਪਾਠ ਕਰਦੇ ਜੀ ਉਹ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਕੋਈ ਸ਼ੱਕ ਵਾਲੀ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਦਫ਼ਤਰ ਹੈਗਾ, ਪੁਰਾਣਾ ਚੱਲਦਾ ਰਿਹਾ, ਤੁਸੀਂ ਉੱਥੇ ਬਿੰਦੇ ਜਾ ਤੁਸੀਂ ਮਾਰਦੇ ਤਾਲੇ ਜਾਂ ਤੇ ਸਾਰਿਆਂ ਨੂੰ ਤਾਲੇ ਮਾਰਦੇ ਜਿੱਥੇ ਮਾਨਸਾ ਦਾ ਹੋਏਗਾ ਸਰਨਾ ਸਾਹਿਬ ਗੱਲ ਬਣਦੀ ਹੈ। ਮੈਂ ਤੁਹਾਨੂੰ ਦੱਸਦਾ, ਦਫ਼ਤਰ ਨੂੰ ਪੁਆਇੰਟ ਆਊਟ ਕਰਨਾ ਮੈਂ ਦੱਸਦਾ, ਉਹ ਕੰਪਲੈਕਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੈ। ਉਹਦੀ ਕਸਟੋਡੀਅਨ ਉਹਦਾ ਦੇਖ ਰੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਦੇ ਅੰਦਰ ਹੈ। ਉਹਦੇ ਵਿੱਚ ਮਾਨਦਲ ਦਾ ਵੀ ਆਫਿਸ ਹੈ, ਸਰਨਾ ਸਾਹਿਬ ਦਾ ਵੀ ਆਫਿਸ ਹੈ, ਸ਼੍ਰੋਮਣੀ ਅਕਾਲੀ ਦਲ ਦਾ ਵੀ ਆਫਿਸ ਹੈਗਾ। ਸ਼੍ਰੋਮਣੀ ਅਕਾਲੀ ਦਲ ਕੋਲ ਜਿਹੜਾ ਆਫਿਸ ਹੈਗਾ ਸੀ ਉਹ ਉੱਪਰ ਵੀ ਹੈ ਥੱਲੇ ਵੀ ਹੈ, ਜਿਹੜਾ ਇਹਨਾਂ ਨੇ ਹੁਣ ਬਾਅਦ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਤਾ ਕਿ ਅਸੀਂ ਦੇ ਦਿੱਤਾ। ਅਸੀਂ ਉੱਥੇ ਜਿਸ ਵਕਤ ਮੈਂ ਪ੍ਰਧਾਨ ਸੀ ਅਕਾਲੀ ਦਲ ਦਾ, ਮੈਂ ਉਹਨੂੰ ਵਿਡਰਾਅ ਕਰਕੇ ਕੁਇਟ ਕਰਦਾ ਵਾਂ। ਔਰ ਸਾਡੇ ਕੋਲੋਂ ਜਿਹੜੀ ਨਵੀਂ ਦਿੱਲੀ ਸਟੇਟ ਦੇ ਪ੍ਰਧਾਨ ਸਾਡੇ ਐਮਪੀਐਸ ਚੱਡਾ ਜੀ ਬੰਦੇ ਨੇ, ਉਹਨਾਂ ਨੇ ਸਾਡੇ ਕੋਲ ਮੰਗ ਕੀਤੀ। ਅਸੀਂ ਇਹਦਾ ਫੈਸਲਾ ਕਰਦੇ ਹੋਏ ਕਿ ਨਵਾਂ ਕੋਈ ਖਰਚਾ ਨਾ ਕੀਤਾ ਜਾਏ, ਇਹ ਦਫ਼ਤਰ ਉਹਨਾਂ ਨੂੰ ਦੇ ਦਿੱਤਾ ਗਿਆ ਔਰ ਅੱਧਾ ਦਫ਼ਤਰ ਜਿਹੜਾ ਉੱਪਰ ਵਾਲਾ ਹੈ ਉਹ ਅਕਾਲੀ ਦਲ ਕੋਲ ਹੀ ਰਹਿਣ ਦਿੱਤਾ ਗਿਆ। ਔਰ ਉਹਦੀ ਇੰਟੀਮੇਸ਼ਨ ਉਸੇ ਵਕਤ ਟੈਲੀਫੋਨਿਕਲੀ ਰਾਈ ਚੰਡੀਗੜ੍ਹ ਆਫਿਸ ਭੇਜਤੀ ਗਈ ਅਕਾਲੀ ਦਲ ਦੇ। ਸੋ ਇਸ ਕਰਕੇ ਉਹ ਜਿਸ ਦਿਨ ਅਸੀਂ ਬੈਠੇ ਆ ਇਹ ਕੀਤੀ ਹੈ, ਉਹਦੇ ਨਾਲ ਬੀਬੀ ਰਣਜੀਤ ਕੌਰ ਮੇਰੇ ਨਾਲ ਬੈਠੀ ਹੈ, ਜਿਹੜਾ ਸੁਖਵਿੰਦਰ ਬੱਬਰ ਦੂਸਰਾ ਮੈਂਬਰ ਹੈ ਉਹ ਸਾਹਮਣੇ ਬੈਠਾ ਹੈ। ਉਸ ਵਕਤ ਕਿਸੇ ਨੂੰ ਪ੍ਰੋਬਲਮ ਨਹੀਂ ਸੀ। 1.5 ਮਹੀਨੇ ਬਾਅਦ ਅਚਾਨਕ ਇਹ ਪ੍ਰੋਬਲਮ ਉੱਠਦੀ ਹੈ, ਕਿਉਂਕਿ 1.5 ਮਹੀਨੇ ਦੇ ਵਿੱਚ ਪੰਜਾਬ ਦੀ ਸਰਕਾਰ ਤੋਂ ਵਿਹਲੇ ਹੋ ਕੇ ਲੀਡਰਸ਼ਿਪ ਉੱਥੇ ਆ ਗਈ ਇਲੈਕਸ਼ਨਾਂ ਤੋਂ ਬਾਅਦ। ਹੁਣ ਉਹਨਾਂ ਦਾ ਮਕਸਦ ਸੀ ਕਿ ਅਸੀਂ ਵਾਪਸ ਉੱਥੇ ਆ ਕੇ ਕਿਸੇ ਨਾ ਕਿਸੇ ਤਰੀਕੇ ਤੋੜ-ਫੋੜ ਕਰੀਏ, ਅਸੀਂ ਕਿਸੇ ਨਾ ਕਿਸੇ ਤਰੀਕੇ ਬੰਦਿਆਂ ਨੂੰ ਦਬਾਅ 'ਚ ਲਿਆਈਏ ਔਰ ਬੜੀ ਕੋਸ਼ਿਸ਼ ਕੀਤੀ ਗਈ। ਮਗਰ ਅੱਜ ਵੀ ਸਾਡੇ ਸਾਰੇ ਮੈਂਬਰ ਇੰਟੈਕਟ ਉੱਥੇ ਖੜੇ ਨੇ ਔਰ ਜਿਹੜੇ ਆਪਸ ਵਿੱਚ ਰੱਲੇ ਨੇ ਉਹੀ ਰੱਲੇ ਨੇ ਜਿਹੜੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ। ਦੇਖੋ, ਸਿੰਘ ਸਾਹਿਬ ਦਾ ਬੜਾ ਸੀਰੀਅਸ ਇਸ਼ੂ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਛੇੜਛਾੜ ਕੀਤੀ ਗਈ ਹੈ। ਧਰਮਿੰਦਰ ਸਿੰਘ ਆਨੰਦ, ਧਰਮਿੰਦਰ ਹੀ ਹੈ ਨਾ, ਥਮਿੰਦਰ ਸਿੰਘ ਆਨੰਦ ਜਿਹੜਾ ਅਮਰੀਕਾ ਦਾ, ਉਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੂਰੇ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਸਿੰਘ ਔਰ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਇੱਥੇ ਪਹੁੰਚੀਆਂ ਸੀ। ਉਹਨਾਂ ਦੀ ਸਾਰਿਆਂ ਦੀ ਇਹੀ ਸਲਾਹ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਇੱਕ ਸੁਪਰੀਮ ਬਾਡੀ ਹੈ ਗੁਰਦੁਆਰਾ ਪ੍ਰਬੰਧਕ ਸਿੱਖਾਂ ਦੀ, ਔਰ ਉਹਦੇ ਫੈਸਲੇ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੋਣਗੇ।
ਮਗਰ ਉਹੀ ਫੈਸਲੇ ਹੋਣੇ ਚਾਹੀਦੇ ਨੇ ਜਿਹੜੇ ਸਿੰਘ ਸਾਹਿਬ ਆਪ ਕਰਨ। ਇਹ ਨਹੀਂ ਕਿ ਉਹਨਾਂ ਨੂੰ ਕੋਈ ਇਹੋ ਜਿਹਾ ਦਬਾਅ ਪਾ ਕੇ ਉਹਨਾਂ ਕੋਲ ਫੈਸਲੇ ਕਰਾਏ ਜਾਣ ਜਿਹਦੇ ਕਰਕੇ ਕੌਮ ਨੂੰ ਪਹਿਲੇ ਨੁਕਸਾਨ ਹੋਇਆ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇਹ ਜਿਹੜੀਆਂ ਛੇੜਛਾੜ ਹੋਈਆਂ ਨੇ ਉਹਨਾਂ ਨੂੰ ਇਹ ਸੌਫਟਵੇਅਰ ਔਰ ਇਹ ਸਾਰੀਆਂ ਚੀਜ਼ਾਂ ਉਸ ਵਕਤ ਪ੍ਰੋਵਾਈਡ ਕੀਤੀਆਂ ਗਈਆਂ ਜਿਸ ਵਕਤ ਕੋਈ ਹੋਰ ਜਥੇਦਾਰ ਸਾਹਿਬ ਸੀ ਜਿਨ੍ਹਾਂ ਦੇ ਰਿਸ਼ਤੇਦਾਰ ਸਰਦਾਰ ਓਂਕਾਰ ਸਿੰਘ ਦੋਨਾਂ ਨੂੰ ਜਿਹਦੇ ਉੱਤੇ ਅੱਜ ਉਹਨਾਂ ਨੂੰ ਤਨਖਾਹ ਲਾਈ ਗਈ ਹੈ। ਔਰ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਸਾਰੀਆਂ ਜਿਹੜੀਆਂ ਉਹਨਾਂ ਕੋਲੋਂ ਪੈਨ ਡਰਾਈਵਸ ਹੈਗੀਆਂ ਨੇ ਸੌਫਟਵੇਅਰਸ ਹੈਗੇ ਨੇ ਉਹ ਇੱਥੇ ਸਬਮਿਟ ਕਰਾਏ ਜਾਣ ਔਰ ਇਸ ਕੰਮ ਨੂੰ ਰੋਕਿਆ ਜਾਏ, ਨਹੀਂ ਤੇ ਇਹਦੇ ਉੱਤੇ ਲੀਗਲ ਐਕਸ਼ਨਸ ਵੀ ਲਏ ਜਾਣਗੇ। ਜੀ ਤੁਸੀਂ ਤਾਂ ਬੋਲੇ 328 ਰੁਪਏ ਦੇ ਤੱਕ ਵੀ 300 ਰੁਪਏ ਕਿੱਥੇ ਨੇ ਬੋਲੇ ਤੁਸੀਂ ਇਹ ਤੱਕ ਬਿਲਕੁਲ ਇੱਕ ਤਵਿੰਦਰ ਸਿੰਘ ਦੀ ਗੱਲ ਸਾਰੇ ਜਿੱਤੇ ਆ ਗਈ ਜੋ ਤਵਿੰਦਰ ਸਿੰਘ ਨੇ ਕਿਹਾ ਨਹੀਂ ਕੁਝ ਇਕਤਾਰ ਸਿੰਘ ਜਾ ਕੇ ਉਹਨੇ ਕਹਿਣਾ ਤੋਂ ਉੱਤੇ ਲਿਖ ਕੇ ਦੇ ਗਿਆ ਕਾਲ ਤੱਕ ਵੀ ਬਦਲ ਬੁਲਾਓ ਉਹ ਨਹੀਂ ਤਿਆਰ ਆ ਬੁਲਾਇਆ ਨਹੀਂ ਗਿਆ ਇਹਨਾਂ ਨੇ। ਦੇਖੋ ਇਹਦਾ ਜਵਾਬ ਤੇ ਸਿੰਘ ਸਾਹਿਬ ਦੇ ਸਕਦੇ ਆ। ਨਹੀਂ ਤੁਸੀਂ ਗੱਲ ਕਰੋ ਨਹੀਂ ਅਸੀਂ ਗੱਲ ਕੀਤੀ ਹੈ ਸਵਾਲ ਹੋਰ ਕਿ ਅਸੀਂ 2003 ਚ ਦਿੱਲੀ ਕਮੇਟੀ ਦੇ ਕੋਲ ਵੀ ਇੱਕ ਸਰੂਪਾਂ ਦਾ ਮਾਮਲਾ ਹੈ ਜਦੋਂ ਭਾਨੂ ਮੂਰਤੀ ਨਾਂ ਦੇ ਇੱਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਛੇੜਛਾੜ ਕੀਤੀ ਸੀ। ਹਾਂਜੀ ਉਹ ਮਾਮਲਾ ਵੀ ਹਾਲੇ ਤੱਕ ਪੈਂਡਿੰਗ ਹੈਗਾ ਅਕਾਲ ਤਖਤ ਸਾਹਿਬ। ਦੇਖੋ ਮੈਨੂੰ ਉਸ ਬਾਰੇ ਇੰਨੀ ਡਿਟੇਲ ਵਾਈਜ਼ ਨਹੀਂ ਪਤਾ, ਮਗਰ ਜਿਹੜੀ ਵੀ ਦਿੱਲੀ ਕਮੇਟੀ ਦੇ ਵਿੱਚ ਸਾਡੇ ਕੋਲੋਂ ਕੋਈ ਸ਼ਿਕਾਇਤ ਪਿਛਲੇ 9 ਸਾਲ ਤੋਂ 10 ਸਾਲ ਤੋਂ 2013 ਤੋਂ ਜਦ ਤੋਂ ਅਸੀਂ ਪ੍ਰਬੰਧ 'ਚ ਆਏ ਹਾਂ, ਜਿਹੜੀ ਵੀ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਅਸੀਂ ਹੱਥੋਂ ਹੱਥ ਉਹਦਾ ਉਹਨੂੰ ਨਿਬੇੜਦੇ ਹਾਂ ਔਰ ਜਿਹੜੀ ਸਾਡੇ ਵੱਸ ਤੋਂ ਬਾਹਰ ਹੁੰਦੀ ਹੈ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਭੇਜਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਬਾਅਦ ਦੂਜੀ ਕਮੇਟੀ ਹੈ ਔਰ ਸਾਡੇ ਦੋਨੋਂ ਕਮੇਟੀਆਂ ਕੋਲ ਇਖਤਿਆਰ ਨੇ ਮਹਾਰਾਜ ਦੇ ਸਰੂਪ ਦੀ ਛਪਾਈ ਦਾ ਔਰ ਕਿਸੇ ਕੋਲ ਨਹੀਂ ਹੈ। ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਪੂਰੀ ਅਥੈਂਟੀਕੇਸ਼ਨ ਦੇ ਨਾਲ ਜਿਹੜਾ ਮਹਾਰਾਜ ਦਾ ਕੋਈ ਸਰੂਪ ਲੈਣ ਆਉਂਦਾ ਸਾਡੀ ਟੀਮ ਜਾਂਦੀ ਹੈ ਉਹਨੂੰ ਚੈੱਕ ਕਰਦੀ ਹੈ ਔਰ ਉਹਨਾਂ ਦੀ ਐਂਟਰੀ ਹੁੰਦੀ ਹੈ, ਫਿਰ ਸਾਡੇ ਹੀ ਸਿੰਘ ਜਾ ਕੇ ਉੱਥੇ ਉਹਦੀ ਦੇ ਕੇ ਆਉਂਦੇ ਆ ਪਰਿਵਾਰ ਘਰ ਦੇ ਵਿੱਚ ਪ੍ਰਕਾਸ਼ ਕਰਕੇ ਆਉਂਦੇ ਆ। ਸੋ ਇਹ ਜ਼ਿੰਮੇਵਾਰੀ ਦੇ ਕੰਮ ਹੁੰਦੇ ਆ। ਇੱਥੇ ਜਿਹੜੇ 328 ਸਰੂਪਾਂ ਦਾ ਹੋਇਆ ਬੜੀ ਵੱਡੀ ਇਹਦੇ ਵਿੱਚ ਜਿਹਨੂੰ ਕਹਿ ਸਕਦੇ ਆ ਕਿ ਅਣਗਹਿਲੀ ਹੈ, ਬੜੀ ਵੱਡੀ ਜਿਹੜੀ ਕਹਿ ਸਕਦੇ ਆ ਕਿ ਪ੍ਰਬੰਧਕਾਂ ਦੀ ਕਮੀ ਹੈ ਜਿਹਦੇ ਕਾਰਨ ਇਹ ਗਾਇਬ ਹੋਏ ਨੇ ਜਾਂ ਮੈਂ ਇਹਦੇ ਬਾਰੇ ਕਿਉਂਕਿ ਟਿੱਪਣੀ ਪੂਰੀ ਨਹੀਂ ਕਰ ਸਕਦਾ, ਮਗਰ ਜਦ ਤੱਕ ਜੋ ਸੰਗਤ ਦਾ ਹੋਵੇ ਕਿ ਇਹ ਵਾਕਈ ਇੱਥੋਂ ਗਾਇਬ ਹੋਏ ਨੇ ਔਰ ਬੜੀ ਨਮੋਸ਼ੀ ਦੀ ਗੱਲ ਹੈ। ਇੱਕ ਲਾਸਟ ਕੁਐਸਚਨ, ਤੁਸੀਂ ਅਕਾਲੀ ਦਲ ਬਾਦਲ ਦੇ ਮੈਂਬਰ ਹੋ ਕਿ ਨਹੀਂ? ਨਹੀਂ, ਮੈਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਪੈਟਰਨ ਇਨ ਚੀਫ ਹਾਂ ਜੀ। ਅਸੀਂ ਨਵੀਂ ਪਾਰਟੀ ਦਿੱਲੀ 'ਚ ਬਣਾਈ ਹੈ। ਅਸੀਂ ਅਕਾਲੀ ਦਲ ਨੂੰ ਸਮਰਪਿਤ ਹਾਂ। 1920 ਦੀ ਅਕਾਲੀ ਦਲ ਦੀ ਜੋ ਰਿਵਾਇਤਾਂ ਸੀ, ਮਾਸਟਰ ਤਾਰਾ ਸਿੰਘ ਦੀ ਜੋ ਰਿਵਾਇਤ ਸੀ, ਬਾਬਾ ਖੜਕ ਸਿੰਘ ਦੀ ਜੋ ਰਿਵਾਇਤ ਸੀ, ਬਾਬਾ ਸੰਤ ਫਤਿਹ ਸਿੰਘ ਉਹਨਾਂ ਦੀ, ਅਸੀਂ ਸਾਰੇ ਉਹਨਾਂ ਤੇ ਪੈਰਾ ਦੇਵਾਂਗੇ। ਮਗਰ ਇਹ ਨਹੀਂ ਕਰ ਸਕਦੇ ਕਿ ਅਸੀਂ ਆਪਣੇ ਲਾਭ ਵਾਸਤੇ ਅੱਜ ਇਹਦੇ ਨਾਲ ਹੱਥ ਮਿਲਾ ਲਈਏ, ਕੱਲ ਲਾਭ ਇਹਦੇ ਕੋਲ ਨਹੀਂ ਮਿਲ ਰਿਹਾ ਤੇ ਦੂਜੇ ਕੋਲ ਹੱਥ ਮਿਲਾ ਲਈਏ, ਇਹ ਸਾਡੀ ਨਹੀਂ ਹੋਏਗੀ। ਔਰ ਅਸੀਂ ਏਕਤਾ ਦਾ ਵੀ ਨਾਮ ਦਿੰਦੇ ਪਏ ਨਾ ਕਿ ਪੰਥਕ ਏਕਤਾ ਹੁੰਦੀ ਜਦੋਂ ਸਰਨਾ ਸਾਹਿਬ ਨਾਲ ਚੱਲ ਪੈਂਦੇ। ਜੇ ਸਰਨਾ ਸਾਹਿਬ ਚੱਲ ਪੈਂਦੇ ਤੇ ਪੰਥਕ ਏਕਤਾ ਹੋ ਜਾਂਦੀ, ਜੇ ਸਰਨਾ ਸਾਹਿਬ ਨਾਲ ਨਹੀਂ ਹੁੰਦੇ ਤੇ ਫਿਰ ਪੰਥ ਦੇ ਗਦਾਰ ਹੋ ਜਾਂਦੇ। ਇਹ ਤੇ ਹੁਣ ਜਵਾਬ ਸਾਡੀ ਹਾਈ ਲੀਡਰਸ਼ਿਪ ਦੇਗੀ। ਮੈਂ ਉਹਨਾਂ ਬਾਰੇ ਨਹੀਂ ਬੋਲ ਸਕਦਾ ਕਿਉਂਕਿ ਕਾਫੀ ਸਾਲ ਉਹਨਾਂ ਦੇ ਅੰਦਰ ਕੰਮ ਕੀਤਾ ਔਰ ਸਾਨੂੰ ਤਜਰਬਾ ਹੋ ਗਿਆ ਕਿ ਕਿੰਨੇ ਪੰਥ ਦੇ ਉਹ ਦਰਦੀ ਨੇ। ਸਰ ਇਹ ਪਟਿਆਲਾ ਹਿੱਸਾ ਦੇ ਵਿੱਚ ਕੱਲ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਸਾਹਿਬ ਨੂੰ ਗਿਆਪਨ ਦਿੱਤਾ ਗਿਆ ਵੀ ਕੁਝ ਜਿਹੜਾ ਸਿੱਖ ਜਥੇਬੰਦੇ ਜਿਹੜੇ ਉੱਤੇ ਹੋਇਆ ਉਹਨਾਂ ਜਾਇਜ਼ ਪਰਚੇ ਕੀਤੇ ਗਏ ਨੇ 307 ਦੇ ਜਾਂ ਮਾਸਟਰਮਾਈਂਡ ਦਾ ਸਾਰਾ ਓਵਰਆਲ ਜਿਹੜਾ ਹੈਗਾ ਸਿਨੈਰੀਓ ਤੁਸੀਂ ਕੀ ਸਮਝਦੇ ਹੋ? ਦੇਖੋ ਇਹ ਸਭ ਤੋਂ ਵੱਡਾ ਫੇਲੀਅਰ ਹੈ ਸਰਕਾਰ ਦਾ, ਪੰਜਾਬ ਦੀ ਸਰਕਾਰ ਦਾ, ਕਿ ਜਿਨ੍ਹਾਂ ਨੂੰ ਪਤਾ ਸੀ ਕਿ ਇਹੋ ਜਿਹੀ ਘਟਨਾ ਉੱਥੇ ਵਾਪਰ ਸਕਦੀ ਹੈ ਕਿਉਂਕਿ ਇਹ ਇੱਕ ਦਿਨ ਇੱਕਦਮ ਅਚਾਨਕ ਨਹੀਂ ਹੋਇਆ। ਇਹ ਇੱਕ ਦੂਜੇ ਨੂੰ 2 ਦਿਨ ਪਹਿਲੇ 4 ਦਿਨ ਪਹਿਲੇ ਥ੍ਰੈਟਸ ਦੇਣੀ ਸ਼ੁਰੂ ਹੋ ਗਏ ਸੀ। ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਉੱਠ ਰਹੀਆਂ ਸੀ, ਤੁਹਾਡੇ ਮੀਡੀਆ ਰਾਹੀਂ ਇਹਦੀ ਗੱਲਾਂ ਉੱਠ ਰਹੀਆਂ ਸੀ। ਇਹਦੇ ਉੱਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸੀ। ਹੁਣ ਆਪਣੀ ਕਮੀਆਂ ਨੂੰ ਛੁਪਾਉਣ ਵਸੇ ਉਹ ਕਿਸੇ ਨਾ ਕਿਸੇ ਦਾ ਨਾਮ ਲੈ ਕੇ ਜੋੜਦੇ ਨੇ ਔਰ ਉਹਨਾਂ ਦਾ ਜੋੜਦੇ ਨੇ ਜਿਨ੍ਹਾਂ ਨੌਜਵਾਨ ਬੱਚਿਆਂ ਦੇ ਵਿੱਚ ਜੋਸ਼ ਹੈ, ਗਰਮ ਉਹਨਾਂ ਦੇ ਬਿਆਨ ਹੋ ਜਾਂਦੇ ਨੇ ਤੇ ਉਹਨਾਂ ਨੂੰ ਨਾਲ ਜੋੜਤਾ ਜਾਂਦਾ। ਮੈਂ ਸਮਝਦਾ ਇਹਦੀ ਪੂਰੀ ਚੰਗੀ ਤਰੀਕੇ ਦੇ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਬੜੇ ਸਾਲਾਂ ਤੋਂ ਜਿਹੜੀ ਹੈ ਅਮਨ ਸ਼ਾਂਤੀ ਦਾ ਰਹੀ ਹੈ ਔਰ ਕਈ ਸਾਲ ਇਹਨੇ ਸੰਤਾਪ ਵੀ ਭੋਗਿਆ। ਅੱਜ ਦੁਬਾਰਾ ਉਹੋ ਜਿਹਾ ਕੰਮ ਨਾ ਹੋਏ, ਇਸ ਕਰਕੇ ਸਾਰਿਆਂ ਨੂੰ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਏ, ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਸਾਰੇ ਮਿਲ ਵਰਤਨ ਕਰਕੇ ਇੱਥੇ ਰਹੀਏ ਔਰ ਇੱਕ ਦੂਜੇ ਦੇ ਉੱਤੇ ਭਰੋਸਾ ਰੱਖੀਏ। ਪ੍ਰਧਾਨ ਜੀ, ਇੱਕ ਬਾਰ-ਬਾਰ ਦਿੱਲੀ ਕਮੇਟੀ ਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਜਦੋਂ ਸੱਜਣ ਕੁਮਾਰ ਦੇ ਬਾਰੇ ਦੇ ਵਿੱਚ ਕੇਸ ਚੱਲ ਰਿਹਾ ਸੀ, ਕੋਈ ਵੀ ਵਕੀਲ ਸੀਨੀਅਰ ਵਕੀਲ ਜਿਹੜਾ ਦਿੱਲੀ ਕਮੇਟੀ ਦਾ ਉੱਥੇ ਪੇਸ਼ ਨਹੀਂ ਹੋਇਆ। ਦੇਖੋ ਸਾਡੇ ਜਨਰਲ ਸੈਕਟਰੀ ਸਾਹਿਬ ਇਹਦੇ ਲੀਗਲ ਦੇ ਸਾਡੇ ਹੈਡ ਵੀ ਨੇ ਔਰ ਇਹ ਪਿੱਛੇ ਉਹ ਵੀ ਦੇਖ ਰਹੇ ਸੀ। ਇਹਦੇ 'ਚ ਸਭ ਤੋਂ ਵੱਡਾ ਫੇਲੀਅਰ ਹੈ ਕਿ ਜਿਸ ਵਕਤ ਇਹ ਕੇਸ ਚੱਲਦਾ ਰਿਹਾ ਔਰ ਮਨਜੀਤ ਸਿੰਘ ਜੀਕੇ 6 ਸਾਲ ਤੱਕ ਪ੍ਰਧਾਨ ਰਿਹਾ, ਉਸ ਕੇਸ ਦੇ ਵਿੱਚ ਇਹਦੀ SIT ਬਣਨ ਤੋਂ ਬਾਅਦ ਇਹਦੀ ਜਿਹੜੀ ਗਵਾਹ ਹੈਗੇ ਸੀ ਉਹਨਾਂ ਨੇ ਵਕਾਲਤਨਾਮਾ ਨਹੀਂ ਦਿੱਤਾ ਸੀ। ਸਾਡੇ ਜਿਹੜੇ ਸੀਨੀਅਰ ਵਕੀਲ ਜਿਹੜੇ ਹੈਗੇ ਸਰਦਾਰ ਗੁਰਬਖਸ਼ ਸਿੰਘ ਜੀ ਪਿਛਲੇ 20 ਸਾਲਾਂ ਤੋਂ ਕੇਸ ਲੜ ਰਹੇ
ਸਾਰੇ 84 ਦੇ ਕੇਸ ਉਹਨਾਂ ਕੋਲ ਨੇ ਔਰ ਅੱਜ ਤੱਕ ਜਿੰਨੀਆਂ ਵੀ ਕਾਮਯਾਬੀਆਂ ਹੋਈਆਂ ਨੇ ਉਹਨਾਂ ਦੇ ਕਾਰਨ ਹੀ ਹੋਈਆਂ ਨੇ ਔਰ ਉਹਨਾਂ ਨੂੰ ਅਸੀਂ ਹਰ ਪੇਸ਼ੀ ਤੇ ਭੇਜਦੇ ਰਹੇ ਹਾਂ ਮਗਰ ਭੇਜਦੇ ਕਿਸ ਤਰ੍ਹਾਂ ਆ ਆਫ ਦੀ ਰਿਕਾਰਡਸ ਕਿਉਂਕਿ ਵਕਾਲਤਨਾਮਾ ਨਹੀਂ ਹੈ ਜਿਸ ਵਕਤ ਬੇਲ ਐਪਲੀਕੇਸ਼ਨ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਵਿੱਚ ਜੱਜ ਦੇ ਨੋਟਿਸ ਵਿੱਚ ਆ ਗਿਆ ਕਿ ਵਕਾਲਤਨਾਮਾ ਨਹੀਂ ਹੈ ਇਹਨਾਂ ਕੋਲੋਂ ਤੇ ਨੋਟਿਸ ਤੋਂ ਬਾਅਦ ਵਕੀਲ ਨਹੀਂ ਖੜਾ ਹੁੰਦਾ ਕਿਉਂਕਿ ਉਹਦੀ ਆਪਣੀ ਰੈਪੂਟੇਸ਼ਨ ਵੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਪਿਆਰ ਮੁਹੱਬਤ ਨਾਲ ਉਹਨੂੰ ਸਮਝਾਉਣ ਦੀ ਗੱਲ ਕੀਤੀ ਔਰ ਸਾਨੂੰ ਇਹ ਆਦੇਸ਼ ਹੈਗੇ ਸੀ ਕਿ ਪਰਿਵਾਰ ਦੀ ਆਈਡੈਂਟੀਟੀ ਤੁਸੀਂ ਡਿਸਕਲੋਜ਼ ਨਹੀਂ ਕਰਨੀ ਸੋ ਇਸ ਕਰਕੇ ਉਹਨਾਂ ਨੂੰ ਬੜਾ ਇਹਦੇ ਉੱਤੇ ਅਸੀਂ ਮਨਾਉਣ ਦੀ ਕੋਸ਼ਿਸ਼ ਕੀਤੀ ਮਗਰ ਉਹ ਨਹੀਂ ਮੰਨੇ ਮਗਰ ਜਿਸ ਦਿਨ ਬੇਲ ਹੁੰਦੀ ਹੈ ਔਰ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਦੇ ਕਿਉਂਕਿ ਇੱਕ ਉਹ ਲੇਮੈਨ ਸੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਇਸ ਬਿਆਨ ਦੇ ਨਾਲ ਜਾਂ ਮੇਰੇ ਵਕਾਲਤਨਾਮੇ ਦੇ ਨਾਲ ਕਿ ਇਹਨੂੰ ਬੇਲ ਮਿਲ ਵੀ ਸਕਦੀ ਹੈ ਸੋ ਇਸ ਕਰਕੇ ਉਹਨਾਂ ਨੇ ਨਹੀਂ ਦਿੱਤੀ ਸੀ ਜਿਸ ਦਿਨ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੇਰੇ ਕਰਕੇ ਕਮਿਊਨਿਟੀ ਦਾ ਨੁਕਸਾਨ ਹੋਇਆ ਉਸੇ ਦਿਨ ਸ਼ਾਮ ਉਹਨਾਂ ਨੇ ਸਾਨੂੰ ਬੇਲ ਐਪਲੀਕੇਸ਼ਨ ਦੇ ਦਿੱਤੀ ਔਰ ਬੇਲ ਐਪਲੀਕੇਸ਼ਨ ਕਹਿ ਰਿਹਾ ਵਕਾਲਤਨਾਮਾ ਸਾਈਨ ਕੀਤਾ ਔਰ ਅਸੀਂ ਇਸ ਬੇਲ ਨੂੰ ਚੈਲੰਜ ਵੀ ਕਰਾਂਗੇ ਇਹ ਗੱਲ ਸੀ ਨਹੀਂ ਸਾਰੀ ਆਮ ਤੌਰ ਤੇ ਉਹਨਾਂ ਦੀ ਦਰਬਾਰ ਸਾਹਿਬ ਦਾ ਫੋਟੋ ਲਾ ਕੇ ਭੰਗੜੇ ਪਾਉਂਦਾ ਜੇ ਬਿੱਟ ਕਰਦਾ ਤੇ ਐਸੀ ਕਿਸੇ ਮੁਕੱਦਮਾ ਦਰਜ ਕਰ ਸਕਦਾ ਤੁਹਾਡੇ ਗੁਰੂ ਤੇਗ ਬਹਾਦਰ ਕਾਲਜ ਦੀ ਕਿਸੇ ਆਪ ਨੂੰ ਵੀਡੀਓ ਕੋ ਮਰੀ ਜੀ ਇਸ ਤੇ ਜੀ 1695 ਜਿਹੜਾ ਸ਼ਬਦ ਬੋਲੇ ਨਾਲ ਜਿਹੜੇ ਭੰਗੜੇ ਪਾਏ ਦੇਖੋ ਮੈਂ ਉਹਦਾ ਤੁਹਾਨੂੰ ਦੱਸਦਾ ਸਟੇਜ ਦੇ ਉੱਤੇ ਜਿਹੜਾ ਪ੍ਰੋਗਰਾਮ ਹੋ ਰਿਹਾ ਜਿਨ ਅਸੀਂ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜਿਹੀਆਂ ਆਪਣੇ ਕਾਲਜਾਂ ਵਿੱਚ ਸਕੂਲਾਂ ਦੇ ਵਿੱਚ ਪ੍ਰੋਗਰਾਮਾਂ ਦੀਆਂ ਪਰਮਿਸ਼ਨਾਂ ਦਿੰਦੇ ਆ ਕਿਉਂਕਿ ਸਾਡੇ ਕਲਚਰ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ ਹੋ ਰਹੀ ਅੱਗੇ ਜਿਹੜੇ ਸਾਡੇ ਗੱਤਕੇ ਦੀ ਟੀਮ ਹੈ ਉਹਦੇ ਉੱਤੇ ਪਰਫਾਰਮ ਕਰ ਰਹੀ ਹੈ ਉਹ ਸਟੇਜ ਦੇ ਪਿੱਛੇ ਕੋਈ ਵੀ ਬੰਦਾ ਵੋਲੰਟੀਅਰ ਉੱਥੇ ਦਾ ਖੜੇ ਹੋ ਕੇ ਅਗਰ ਕੋਈ ਸਟੈਪ ਅੱਗੇ ਪਿੱਛੇ ਦਾ ਕਰ ਰਿਹਾ ਉਹਦੀ ਪ੍ਰਬੰਧਕ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਸ ਚੀਜ਼ ਦੇ ਉੱਤੇ ਔਰ ਮਗਰ ਸਾਡੇ ਤੇ ਗੱਲ ਉਠਾਈ ਗਈ ਅਸੀਂ ਉਸੇ ਵਕਤ ਉਹਦਾ ਸੰਗਿਆਨ ਲੈਂਦੇ ਹੋਏ ਜਿਹੜਾ ਨੂੰ ਅਸੀਂ ਇਹ ਅਲਾਉ ਕੀਤਾ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਗਲਤ ਗੱਲ ਹੋਈ ਹੈ ਇਹਨਾਂ ਦੀ ਮਾਫੀ ਦਿਓ ਉਹਨਾਂ ਨੇ 15 ਮਿੰਟ ਨਹੀਂ ਲੱਗੇ ਸਾਡੇ ਫੋਨ ਤੋਂ ਬਾਅਦ ਉਹਨਾਂ ਨੇ ਅਪੋਲੋਜੀ ਸੋਸ਼ਲ ਮੀਡੀਆ ਦੇ ਉੱਤੇ ਪਾਤੀ ਜਿਹੜਾ ਬੰਦਾ ਗੁਰੂ ਘਰ ਦੇ ਨਾਲ ਸੰਬੰਧਿਤ ਨਹੀਂ ਨੇ ਉਹ ਮਗਰ ਉਹ ਉੱਥੇ ਪਰਫਾਰਮ ਵੀ ਨਹੀਂ ਕਰ ਰਹੇ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਹੋਣ ਤੇ ਬਈ ਅਸੀਂ ਕਹਿ ਸਕਦੇ ਸੀ ਕਿਉਂਕਿ ਚਲੋ ਅਸੀਂ ਨਾ ਕਹਿੰਦੇ ਸਾਡੇ ਵਿਰੋਧੀ ਸਰਦਾਰ ਮਨਜੀਤ ਸਿੰਘ ਜੀਕੇ ਤੋਂ ਉਹ ਪ੍ਰੋਗਰਾਮ ਦੇਖਣ ਪਹੁੰਚੇ ਹੋਏ ਸੀ ਉਹ ਸਾਹਮਣੇ ਬੈਠੇ ਨੇ ਅਗਰ ਇਹੋ ਜੀ ਗੱਲ ਸੀ ਤੇ ਉਹਨਾਂ ਨੇ ਉੱਥੇ ਕਿਉਂ ਨਹੀਂ ਟੋਕਿਆ ਉਹਨਾਂ ਨੂੰ ਕਿ ਵੀ ਇਹ ਗਲਤ ਕਰ ਰਹੇ ਹੋ ਕਿਉਂਕਿ ਸਟੇਜ ਦੇ ਪਿੱਛੇ ਇਹ ਕੋਈ ਖੜੇ ਹੋ ਕੇ ਅਗਰ ਕੋਈ ਕਰ ਰਿਹਾ ਮੈਨੂੰ ਇਹ ਵੀ ਨਹੀਂ ਉਮੀਦ ਕਿ ਸ਼ਾਇਦ ਉਸ ਜਗ੍ਹਾ ਦੀ ਜਗ੍ਹਾ ਉਹ ਵੀਡੀਓ ਹੈ ਵੀ ਕਿ ਨਹੀਂ ਹੈ ਦੋ ਚੀਜ਼ਾਂ ਜੋੜੀਆਂ ਗਈਆਂ ਅਗਰ ਤੁਸੀਂ ਕਹੋ ਤਾਂ ਮੈਂ ਦਿਖਾ ਸਕਦਾ ਵਾਂ ਹਾਂ ਫਿਰ ਤੁਹਾਨੂੰ ਪਤਾ ਹੀ ਹੈ ਸਭ ਕੁਝ ਕਿ ਜਿਹੜਾ ਪਰਫਾਰਮ ਹੋ ਰਿਹਾ ਉਹ ਗੱਤਕੇ ਦੀ ਟੀਮ ਕਰ ਰਹੀ ਹੈ ਸਟੇਜ ਦੇ ਉੱਤੇ ਸਾਰਾ ਕੁਝ ਹੈ ਜੀ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਤੇ ਦੇਖੋ ਇਹ ਅਗਰ ਇਹੋ ਜਿਹੇ ਇਸ਼ੂਜ਼ ਵੀ ਰੋਜ਼ ਦੇ ਪਤਾ ਕੀ ਹੁੰਦਾ ਮੈਂ ਹੁਣ ਚਲੋ ਕਹਿਣਾ ਨਹੀਂ ਚਾਹੁੰਦਾ ਇਹੋ ਜਿਹੇ ਇਸ਼ੂਜ਼ ਵੀ ਅਗਰ ਅਕਾਲ ਤਖਤ ਸਾਹਿਬ ਤੇ ਆਣਗੇ ਨਾ ਤੇ ਫਿਰ ਅਕਾਲ ਤਖਤ ਸਾਹਿਬ ਇਹੀ ਕੰਮਾਂ ਜੋਗੇ ਰਹਿ ਗਏ ਨੇ ਫਿਰ ਜਿਹੜੇ ਅੱਜ ਵਰਗੇ ਜਿਹੜੇ ਹੋਏ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਵੱਡੇ ਇਸ਼ੂਜ਼ ਉਹ ਫਿਰ ਪੈਂਡਿੰਗ ਰਹਿੰਦੇ ਚਲੇ ਜਾਂਦੇ ਨੇ ਕਿਉਂਕਿ ਫਾਈਲਾਂ ਵੱਧਦੀਆਂ ਚਲੇ ਜਾਂਦੀਆਂ ਇਹ ਕੋਈ ਇਸ਼ੂ ਸਿੱਧਾ ਅਕਾਲ ਤਖਤ ਸਾਹਿਬ ਦਾ ਨਹੀਂ ਹੈ ਇਹ ਸਾਡੇ ਕੋਲ ਆ ਕੇ ਸਪਸ਼ਟੀਕਰਨ ਲੈ ਲੈ ਨਹੀਂ ਮੈਨੂੰ ਇਸ ਬਾਰੇ ਆਏਗਾ ਕਿਉਂ ਸਾਡੀ ਜ਼ਿੰਮੇਵਾਰੀ ਨਹੀਂ ਹੈ ਜਦ ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਜੇਕਰ ਤੁਹਾਡੇ ਸਮਝ ਨਹੀਂ ਆ ਰਹੀ ਤੇ ਤੁਸੀਂ ਮੇਰੇ ਨਾਲ ਦੁਬਾਰਾ ਕਾਊਂਟਰ ਕਰ ਸਕਦੇ ਹੋ ਨਾ ਮੇਰੇ ਕੋਲ ਜਿਸ ਦਿਨ ਜਥੇਦਾਰ ਸਾਹਿਬ ਪਹੁੰਚਣਗੇ ਮੈਂ ਉਹਨਾਂ ਨੂੰ ਵੀ ਦੱਸ ਦਿਆਂਗਾ ਇਹ ਗੱਲ ਦਾ ਮਹੀਨੇ ਦੇ ਵਿੱਚ ਇੱਕ ਲੜਕੀ ਦਾ ਰੇਪ ਹੋਇਆ ਸੀ ਦਿੱਲੀ ਦੇ ਵਿੱਚ ਉਹਦਾ ਮੂੰਹ ਕਾਲਾ ਕੀਤਾ ਗਿਆ ਸੀ ਉਹਦੇ ਕੇਸ ਕਤਲ ਕੀਤੇ ਗਏ ਸੀ ਬਾਅਦ ਚ ਉਹਨੂੰ ਸ਼ੈਲਟਰ ਹਾਊਸ ਭੇਜ ਦਿੱਤਾ ਗਿਆ ਸੀ ਉਸ ਮਾਮਲੇ ਨੂੰ ਪੰਜਾਬ ਇਲੈਕਸ਼ਨ ਕਰਕੇ ਦਬਾ ਦਿੱਤਾ ਗਿਆ ਕਿਉਂਕਿ ਦਿੱਲੀ 'ਚ ਵੀ ਆਮ ਨੇ ਪੰਜਾਬ 'ਚ ਵੀ ਆਮ ਨੇ ਉਹ ਮਾਮਲਾ ਮੁੜ ਕੇ ਬਾਹਰ ਨਹੀਂ ਆਇਆ ਉਸ ਕੁੜੀ ਦਾ ਕੀ ਬਣਿਆ ਉਸ ਦੋਸ਼ੀਆਂ ਦਾ ਕੀ ਬਣਿਆ ਸਾਡੀ ਲੀਗਲ ਟੀਮ ਨੇ ਹੀ ਉਹਨਾਂ ਦੇ ਦੋਸ਼ੀਆਂ ਨੂੰ ਅੰਦਰ ਕਰਾਇਆ ਸੀ ਔਰ ਪੂਰੀ ਗੱਲ ਸਾਨੂੰ ਕਿਉਂਕਿ ਤੁਹਾਨੂੰ ਪਤਾ ਨਾ ਉਹਦਾ ਤੇਜ ਪ੍ਰਤਾਪ ਉਹਨਾਂ ਨੇ ਕਰਾਇਆ ਸਾਡੇ ਜਨਰਲ ਸੈਕਟਰੀ ਸਾਹਿਬ ਦੱਸ ਦਿੰਦੇ ਆ ਜੀ ਸਰ ਦੋ ਤਿੰਨ ਇਸ਼ੂ ਹੈ ਜਿਹਦੇ ਉੱਤੇ ਮੈਂ ਰੋਸ਼ਨੀ ਪਾਉਣਾ ਚਾਹੁੰਦਾ ਪਹਿਲਾਂ ਤਾਂ ਤੁਸੀਂ ਸੱਜਣ ਕੁਮਾਰ ਦੀ ਗੱਲ ਕੀਤੀ ਜੀ ਸੱਜਣ ਕੁਮਾਰ ਦੇ ਖਿਲਾਫ ਸਾਨੂੰ ਜਾਣਕਾਰੀ ਵਾਸਤੇ ਮੈਂ ਦੱਸ ਦਿਆਂ ਕਿ ਉਹਦੇ ਖਿਲਾਫ 5 FIR ਹੋਈਆਂ ਸੀ ਇੱਕ ਜਨਕਪੁਰੀ ਥਾਣੇ ਦੇ ਅੰਦਰ ਹੋਈ ਸੀ ਇੱਕ ਵਿਕਾਸਪੁਰੀ ਥਾਣੇ ਦੇ ਅੰਦਰ ਹੋਈ ਸੀ 3 FIR ਜਿਹੜੀਆਂ ਸੀ ਉਹ ਸੁਲਤਾਨਪੁਰੀ ਥਾਣੇ ਦੇ ਅੰਦਰ ਹੋਈਆਂ ਸੀ ਇੱਕ FIR ਹੈ ਜਿਹਦੇ ਵਿੱਚ ਇਹ ਇਸ ਨੂੰ ਜ਼ਮਾਨਤ ਮਿਲੀ ਆ ਉਹ ਸਰਸਵਤੀ ਵਿਹਾਰ ਥਾਣੇ ਦੇ ਅੰਦਰ ਹੋਈ ਸੀ ਹੁਣ ਜਿਹੜਾ ਸਰਦਾਰ ਮਨਜੀਤ ਸਿੰਘ ਜੀਕੇ ਨੇ ਸਵਾਲ ਚੁੱਕਿਆ ਹੈ ਮੈਂ ਪਹਿਲਾਂ ਤੇ ਇਸ ਗੱਲ ਦੀ ਸਾਂਝ ਪਾ ਦਿਆਂ ਕਿ ਜਿਸ ਵੇਲੇ ਸਰਦਾਰ ਮਨਜੀਤ ਸਿੰਘ ਜੀਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਸ ਵੇਲੇ ਸੱਜਣ ਕੁਮਾਰ ਨੂੰ ਵਿਕਾਸਪੁਰੀ ਥਾਣੇ ਦੇ ਵਿੱਚ ਜਿਹੜੀ FIR ਹੋਈ ਆ ਉਹਦੇ 'ਚ ਵੀ ਜ਼ਮਾਨਤ ਮਿਲੀ ਜਨਕਪੁਰੀ ਵਾਲੇ ਥਾਣੇ 'ਚ ਵੀ ਜ਼ਮਾਨਤ ਮਿਲੀ ਸੁਲਤਾਨਪੁਰੀ ਦੇ ਤਿੰਨੋਂ ਥਾਣਿਆਂ ਦੇ ਤਿੰਨੋਂ FIR ਦੇ ਵਿੱਚ ਜ਼ਮਾਨਤ ਮਿਲੀ ਔਰ ਜਿਸ ਦੇ ਵਿੱਚ ਸਜ਼ਾ ਹੋਈ ਆ ਉਸ FIR ਦੇ ਵਿੱਚ ਵੀ ਉਸ ਨੂੰ ਜ਼ਮਾਨਤ ਮਿਲੀ ਸੀ
ਇਹ ਸਰਦਾਰ ਮਨਜੀਤ ਸਿੰਘ ਜੀਕੇ ਦੇ ਟਾਈਮ ਤੇ 5 FIR ਦੇ ਵਿੱਚ ਜ਼ਮਾਨਤ ਮਿਲੀ। ਇਹ ਜ਼ਮਾਨਤ ਜਿਹੜਾ ਦੇਣਾ ਇਹ ਪ੍ਰੈਰੋਗੇਟਿਵ ਕੋਰਟ ਦਾ ਹੈ। ਬਤੌਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਲੀਗਲ ਜੋ ਪਾਰਟ ਹੈ ਉਹ ਸਾਡਾ ਕੰਮ ਹੈ ਕਿ ਅਸੀਂ ਆਪਣੀ ਰਿਪਰੈਜ਼ੈਂਟੇਸ਼ਨ ਕੋਰਟ ਦੇ ਸਾਹਮਣੇ ਰੱਖਣੀ ਹੈ। ਅਸੀਂ ਉਹਨੂੰ ਕਿੰਨਾ ਸਟਰੋਂਗਲੀ ਰੱਖ ਸਕਦੇ ਹਾਂ, ਕਿੰਨੇ ਕੁ ਤੱਥ ਰੱਖ ਸਕਦੇ ਹਾਂ, ਕਿੰਨੇ ਕੁ ਫੈਕਟ ਰੱਖ ਸਕਦੇ ਹਾਂ। ਇਸ ਕੇਸ ਦੇ ਵਿੱਚ ਔਨ ਰਿਕਾਰਡ ਸਾਡੇ ਵਕੀਲ ਸਾਰੀਆਂ ਤਰੀਕਾਂ ਦੇ ਉੱਤੇ ਪੇਸ਼ ਹੋਏ। ਸਿਰਫ ਆਖਰੀ ਤਰੀਕ ਜਿਸ ਦਿਨ ਜ਼ਮਾਨਤ ਹੋਈ ਆ ਉਸ ਦਿਨ ਇਸ ਕਰਕੇ ਕਿਉਂਕਿ ਉਸ ਤੋਂ ਪਹਿਲਾਂ ਕੋਰਟ ਦੇ ਵਿੱਚ ਇਹ ਪੁਆਇੰਟ ਆਫ ਨੋਟਿਸ ਲਿਆ ਗਿਆ ਸੀ ਕਿ ਤੁਹਾਡੇ ਕੋਲ ਵਕਾਲਤਨਾਮਾ ਨਹੀਂ ਹੈ। ਮੈਂ ਖੁਦ ਉਸ ਗਵਾਹ ਦੇ ਨਾਲ ਜੇ ਸਰਦਾਰ ਜਸਵੰਤ ਸਿੰਘ ਤੇ ਉਹਨਾਂ ਦੇ ਬੇਟੇ ਦੀ ਜਿਹੜੀ ਕਤਲ ਕਰ ਦਿੱਤਾ ਗਿਆ ਸੀ, ਉਹਨਾਂ ਦੇ ਸਰਦਾਰ ਜਸਵੰਤ ਸਿੰਘ ਜੀ ਦੀ ਪਤਨੀ ਦੇ ਨਾਲ ਮੈਂ ਖੁਦ ਰਾਬਤਾ ਕਰਕੇ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਤੁਸੀਂ ਵਕਾਲਤਨਾਮਾ ਦਿਓ, ਇਹਦੇ 'ਚ ਨੁਕਸਾਨ ਹੋ ਜਾਏਗਾ। ਉਹਨਾਂ ਨੇ ਕਿਹਾ ਜੀ ਤੁਸੀਂ ਮੇਰੀ ਬੇਟੀ ਨਾਲ ਗੱਲ ਕਰ ਲਿਓ। ਮੈਂ ਉਹਨਾਂ ਦੀ ਬੇਟੀ ਨਾਲ ਗੱਲ ਕੀਤੀ। ਉਹਨਾਂ ਦੀ ਬੇਟੀ ਨੇ ਵੀ ਸਾਨੂੰ ਪ੍ਰਕਾਂਦੇ ਰਹੇ ਦਿੰਦੇ ਆ ਕਰਦੇ। ਹੋ ਸਕਦਾ ਉਹਦਾ ਕੋਈ ਵੀ ਕਾਰਨ ਹੋ ਸਕਦਾ ਕਿਉਂਕਿ ਬੇਟੀ ਵੀ ਕਿਤੇ ਕਿਸੇ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦੀ ਆ। ਉਹਦੀਆਂ ਕੋਈ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਜਿਹਦੇ ਕਰਕੇ ਉਹ ਨਾ ਅੱਗੇ ਆਉਣਾ ਚਾਹੁੰਦੇ ਹੋਣ ਜਾਂ ਕੁਝ ਵੀ ਹੈ। ਤਰੀਕ ਤੋਂ 2 ਦਿਨ ਪਹਿਲਾਂ ਸਾਡੇ ਕੋਲ ਬਕਾਇਦਾ ਔਨ ਰਿਕਾਰਡ ਸਾਡੇ ਲੀਗਲ ਸੈੱਲ ਦੇ ਵਕੀਲਾਂ ਦਾ ਚੈਟ ਜਿਹੜਾ ਅਸੀਂ ਚੈਟ ਕੀਤਾ ਉਸ ਉਹਨਾਂ ਦੀ ਬੇਟੀ ਨੂੰ ਕਿ ਸਾਨੂੰ ਇਹ ਵਕਾਲਤਨਾਮਾ ਬਹੁਤ ਜ਼ਰੂਰੀ ਚਾਹੀਦਾ ਤਾਂ ਕਿ ਅਸੀਂ ਜਰਾ ਕਰ ਸਕੀਏ ਕੋਰਟ ਦੇ ਵਿੱਚ। ਤਾਂ ਵੀ ਉਸਨੇ ਮਨਾ ਕਰ ਦਿੱਤਾ। ਮੈਂ ਕਿਉਂਕਿ ਉਹ ਸਾਰਾ ਕੁਝ ਮੇਰੇ ਕੋਲ ਮੋਬਾਈਲ 'ਚ ਮੈਂ ਦਿਖਾ ਨਹੀਂ ਸਕਦਾ ਕਿਉਂਕਿ SIT ਨੇ ਕੋਰਟ ਦੇ ਵਿੱਚ ਪ੍ਰੇਅਰ ਕੀਤੀ ਹੋਈ ਹੈ ਕਿ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰਨੀ। ਅਦਰਵਾਈਜ਼ ਸਾਡੇ ਕੋਲ ਔਨ ਰਿਕਾਰਡ ਹੈ। ਸੋ ਇਹ ਕਹਿਣਾ ਕਿ ਸਾਡੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਇਹ ਸਿਰਫ ਰਾਜਨੀਤੀ